ਸ੍ਰੀ ਗੁਰੂ ਰਾਮਦਾਸ ਗੁਣ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁ ਤਰਾ ਪਾਰੇ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਵੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ बरन सके महिमा जो तिहारी। हम न सकत कर सिफत तुम्हारी आप लिहो तुम कथा सुधारी। हम न सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी। एक ओंकार सतगुर प्रसाद सवैया। श्री पुरुषोत्तम पूर्ण है परमात्म पालक लेप न माया। श्री परमेश्वर माधव पावन पोखक प्रेरक पारण पाया। जय करता जगदीश जजे जग जीवन जोन बिना जस छाया। श्रीपत ज्योत स्वरूप अनूपम भूपन भूपन मोहर राया। वाहिगुरु जी का खालसा वाहिगुरु जी की फतेह। सत्कारयोग गुरु की साजी नवाजी गुरु खालसा साध संगत जी आप जी अत्यंत वਡਭਾਗੇ हो जो कि सतगुरु जी की पवित्र पावन हजूरी विखे हाजरियां भर के अमृतमयी गुरु की बाणी का आनंद माण रहे हो। अज सतगुरु गुरु ग्रंथ साहब जी का पहला प्रकाश पुरब विश्व भर में संगतां ने मनाया है। बाणी गुरु गुरु है बाणी विच बाणी अमृत सारे। गुरबाणी कह सेवक जन मानै प्रतख गुरु निस्तारे। गुरु नानक देव जी नूं सिद्धा ने पुछया महाराज आप जी का गुरु कौन है? आप किस दे चेले हो? तेरा कौन गुरु किसका तू चेला? महाराज ने उत्तर दिता शबद। शब्द साडा गुरु है। कि सुरत दे नाल शब्द दा ते शब्द दे नाल सुरत दा मेल हुंदा है। शरीर दा शरीर नाल मेल हुंदा है। सुरती दा शब्द नाल मेल हुंदा है। गुरु शब्द है चेला सुरत है। जे ये गल बन जावे ते भवसागर तो बेड़ा पार लंघ जांदा है। 84 कट्टी जांदी है। आत्मा नूं अपना टिकाणा मिल जांदा है। धन गुरु नानक देव जी महाराज ने शब्द की बड़ी वड्डी महिमा अपनी बाणी च दर्शाई है। फिर गुरु तीसरे पातशाह जी महाराज ने भी बाणी की महिमा बयान करदियां बचन कहे हन। आवो सिख सतगुरु के प्यारे हो गावो सच्ची बाणी। बाणी तां गावो गुरु केरी बाणियां सिर बाणी। फिर महाराज गुरु रामदास साहब चौथे पातशाह भी बाणी की बहुत वड्डी महिमा दसदियां फरमांदे ने सतगुर बाणी पुरख पुरखोतम बाणी स्यों चित लावे गो। गुरबाणी सुनत मेरा मन दरव्या मन भीना निज कर आवे गो। जां फरमांदे ने बाणी गुरु गुरु है बाणी विच बाणी अमृत सारे। गुरबाणी कह सेवक जन मानै प्रतख गुरु निस्तारे। ते पंजवें जामे विच फरमाया है तुर की बाणी आई तिन सगली चिंत मिटाई। ते गुरु साहिबां ने पंचम जामे विच गुरु अर्जन देव जी ने बाणी का सारा संग्रह एक सरूप विच एक जिल्द विच करके भाई गुरदास जी कोलों लिखवा के श्री हरमंदर साहब च प्रकाश करा के ते सानू सारिਆਂ ਨੂੰ ਇਹ ਸੇਧ ਦਿੱਤੀ है भी असीं शब्द नाल जुड़ना है।
ਸਰੀਰ ਜਿੰਨੇ ਵੀ ਹਨ ਮਿਲਦੇ ਹਨ ਤੇ ਵਿਛੜ ਜਾਂਦੇ ਹਨ, ਪਰ ਜੇ ਸੁਰਤ ਸ਼ਬਦ ਨਾਲ ਮਿਲ ਜਾਵੇ ਫਿਰ ਵਿਛੋੜਾ ਨਹੀਂ ਹੁੰਦਾ। ਐਸਾ ਮਿਲਾਪ ਹੈ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਖੇਡ ਬੜੀ ਅਗੰਮੀ ਹੈ। ਗੁਰੂ ਅਰਜਨ ਦੇਵ ਜੀ ਨੇ ਜੋ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਕੇ ਪਹਿਲੀ ਵਾਰੀ ਭਾਦਰੋਂ ਸੁਦੀ ਏਕਮ ਸਨ 1604 ਈਸਵੀ 1661 ਬਿਕਰਮੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਲਾਇਆ। ਬਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਨੇ ਸਭ ਪੰਥ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਦਾ ਹੁਕਮ ਮੰਨ ਕੇ ਅਦਬ ਸਹਿਤ ਗ੍ਰੰਥ ਕੋ ਖੋਲਾ। ਲੈ ਆਵਾਜ਼ ਬੁੱਢਾ ਤਬ ਬੋਲਾ। ਹੁਕਮਨਾਮਾ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ। ਐਸਾ ਇਹ ਭਾਗਾਂ ਵਾਲਾ ਅੱਜ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਦੇਸ਼ਾਂ ਪ੍ਰਦੇਸ਼ਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੌਸ ਸਜੇ ਹਨ। ਸੰਗਤਾਂ ਨੇ ਟੀਵੀ ਤੇ ਵੀ ਦਰਸ਼ਨ ਕੀਤੇ ਹਨ। ਅੱਜ ਖੁਸ਼ੀਆਂ ਦਾ ਦਿਨ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਮਹਾਰਾਜ ਦੀ ਮਹਿਮਾ ਆਈ ਹੈ, ਉਥੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਇੱਕ ਬਹੁਤ ਸੁੰਦਰ ਛੰਦ ਲਿਖਿਆ ਹੈ। ਉਹ ਕਹਿੰਦੇ, ਸੁਧਾ ਕੀ ਤਰੰਗਨੀ ਸੀ ਰੋਗ ਭਰਮ ਭੰਗਨੀ ਹੈ, ਮਹਾ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ। ਗੁਰਬਾਣੀ ਦੀ ਮਹਿਮਾ ਕਰਦਿਆਂ ਕਹਿੰਦੇ ਨੇ, ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਅਕਾਲੀ ਬਾਣੀ ਹੈ, ਇਹ ਅੰਮ੍ਰਿਤ ਦੀ ਨਦੀ ਹੈ, ਇਹ ਅੰਮ੍ਰਿਤ ਦੀ ਗੰਗਾ ਹੈ। ਤਰੰਗਣੀ ਕਹਿੰਦੇ ਨੇ ਤਰੰਗਾਂ ਵਾਲੀ, ਜਿਹਦੇ ਵਿੱਚੋਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਵੇਵਸ ਉੱਠਦੀਆਂ ਨੇ, ਉਸ ਨੂੰ ਤਰੰਗਣੀ ਕਹਿੰਦੇ ਨੇ, ਨਦੀ। ਕਹਿੰਦੇ ਇਹ ਅੰਮ੍ਰਿਤ ਦੀ ਨਦੀ ਹੈ। ਤੇ ਜਿਵੇਂ ਅੰਮ੍ਰਿਤ ਦੀ ਨਦੀ ਗੰਗਾ ਰੋਗਾਂ ਨੂੰ ਦੂਰ ਕਰਦੀ ਹੈ, ਗੁਰੂ ਕੀ ਬਾਣੀ ਭਰਮ ਦਾ ਰੋਗ ਮਿਟਾ ਦਿੰਦੀ ਹੈ। ਰੋਗ ਭਰਮ ਭੰਗਨੀ ਹੈ, ਮਹਾ ਸਵੇਤ ਰੰਗਨੀ, ਦੁੱਧ ਵਰਗੀ ਚਿੱਟੀ ਹੈ, ਮਹਾਨ ਮਨ ਮਾਨੀ ਹੈ। ਗੁਰੂ ਕੀ ਬਾਣੀ ਮਹਾਨ ਪੁਰਸ਼ਾਂ ਦੇ ਮਨ ਨੂੰ ਚੰਗੀ ਲੱਗਦੀ ਹੈ। ਕਿਦੋਂ ਇਹ ਹੰਸਨੀ ਸੀ ਮਾਨਸ ਬਤੰਸਨੀ ਹੈ, ਜਾਂ ਕਹਿੰਦੇ ਨੇ ਹੰਸਨੀ ਹੈ ਜੋ ਮਾਨ ਸਰੋਵਰ ਤੇ ਰਹਿਣ ਵਾਲੀ ਹੈ। ਗੁਣਨ ਪ੍ਰਸ਼ੰਸਨੀ ਸਰਬ ਜਗ ਜਾਨੀ ਹੈ। ਦੁਨੀਆ ਦੇ ਗੁਣੀ ਪੁਰਸ਼ਾਂ ਨੇ ਸਤਿਗੁਰਾਂ ਦੀ ਬਾਣੀ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਸੰਸਾਰ ਭਰ ਦੇ ਜਿੰਨੇ ਵਿਦਵਾਨ ਲੋਕ ਹਨ, ਗਿਆਨੀ ਲੋਕ ਹਨ, ਬੜੀ ਉੱਚ ਵਿਦਿਆ ਜਿਨ੍ਹਾਂ ਨੇ ਸਾਹਿਤ ਦੇ ਉੱਤੇ ਪ੍ਰਾਪਤ ਕੀਤੀ ਹੈ, ਧਰਮ ਉੱਤੇ, ਸਾਹਿਤ ਉੱਤੇ, ਸਾਰੇ ਸੰਸਾਰ ਦੇ ਵਿਸ਼ਵ ਦੇ ਗ੍ਰੰਥਾਂ ਦੀ ਖੋਜ ਕੀਤੀ ਹੈ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਬਾਣੀ ਨੂੰ ਸਭ ਤੋਂ ਉੱਪਰ ਮੰਨਿਆ ਹੈ। ਕਹਿੰਦੇ ਗੁਣਨ ਪ੍ਰਸ਼ੰਸਨੀ, ਗੁਣੀ ਬੰਦਿਆਂ ਨੇ ਇਹਦੀ ਪ੍ਰਸ਼ੰਸਾ ਕੀਤੀ ਹੈ। ਸਰਬ ਜਗ ਜਾਨੀ ਹੈ, ਔਰ ਇਹ ਬਾਣੀ ਸਾਰੇ ਸੰਸਾਰ ਵਿੱਚ ਜਾਣੀ ਗਈ ਹੈ। ਕਿਦੋਂ ਚੰਦ ਚਾਂਦਨੀ ਸੀ ਮੋਹ ਘਾਮ ਮੰਦਨੀ ਹੈ, ਜਾਂ ਕਵੀ ਜੀ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਇਹ ਚੰਦ ਦੀ ਚਾਨਣੀ ਹੈ। ਚੰਦਰਮਾ ਦੀ ਚਾਨਣੀ ਜਿਵੇਂ ਗਰਮੀ ਨੂੰ ਦੂਰ ਕਰਦੀ ਹੈ, ਗੁਰਬਾਣੀ ਮੋਹ ਦੀ ਗਰਮੀ ਨੂੰ ਦੂਰ ਕਰਦੀ ਹੈ। ਕਿਦੋਂ ਚੰਦ ਚਾਂਦਨੀ ਸੀ ਮੋਹ ਘਾਮ ਮੰਦਨੀ ਹੈ, ਹਿਰਦੇ ਕੀ ਆਨੰਦਨੀ, ਹਿਰਦੇ ਨੂੰ ਆਨੰਦ ਦੇਣ ਵਾਲੀ ਭੋਗ ਮੋਖ ਦਾਨੀ ਹੈ। ਸੰਸਾਰ ਦੇ ਸੁੱਖ ਵੀ ਦਿੰਦੀ ਹੈ ਤੇ ਮੁਕਤੀ ਵੀ ਦਿੰਦੀ ਹੈ। ਐਸੀ ਬਾਣੀ ਬਾਰੇ ਭਾਈ ਸਾਹਿਬ ਅਖੀਰ 'ਚ ਲਿਖਦੇ ਨੇ, ਪ੍ਰੇਮ ਪਟਰਾਣੀ, ਇਹ ਪ੍ਰੇਮ ਦੇ ਰਾਜੇ ਦੀ ਘਰਵਾਲੀ ਹੈ। ਪ੍ਰੇਮ ਪਟਰਾਣੀ ਉਹਦੀ ਮਹਾਰਾਣੀ ਹੈ, ਇਹ ਪਟਰਾਣੀ ਹੈ। ਪ੍ਰੇਮ ਪਟਰਾਣੀ ਸਿਆਣੀ ਗਿਆਨ ਕੀ ਜਨਨ ਜਾਨੀ, ਕਹਿੰਦੇ ਬੜੀ ਸਿਆਣੀ ਹੈ। ਕਹਿੰਦੇ ਗਿਆਨ ਦੀ ਮਾਂ ਹੈ, ਪ੍ਰੇਮ ਦੀ ਪਟਰਾਣੀ ਹੈ, ਗਿਆਨ ਦੀ ਮਾਂ ਹੈ। ਤੇ ਗੁਣੀ ਭਣੀ ਬਾਣੀ, ਜਿਹੜੇ ਗੁਣੀ ਪੁਰਸ਼ਾਂ ਨੇ, ਵੱਡੇ ਵੱਡੇ ਕਵੀਆਂ ਨੇ, ਵਿਦਵਾਨਾਂ ਨੇ ਗ੍ਰੰਥ ਲਿਖੇ ਹਨ, ਗੁਣੀ ਭਣੀ ਬਾਣੀ, ਜਿਹੜਾ ਬਾਣੀ ਰਚੀ ਹੈ ਉਹਨਾਂ ਨੇ, ਤਾਂ ਕਿ ਗੁਰੂ ਗੁਰਬਾਣੀ ਹੈ। ਉਹਨਾਂ ਕਵੀਆਂ ਦੀ ਬਾਣੀ ਦੀ ਗੁਰੂ, ਬਾਣੀ ਦੀ ਵੀ ਗੁਰੂ, ਉਹ ਗੁਰੂ ਕੀ ਬਾਣੀ, ਆਖੋ ਸ੍ਰੀ ਵਾਹਿਗੁਰੂ। ਐਸੀ ਬਾਣੀ ਨੂੰ ਅੱਜ ਨਮਸਕਾਰ ਕਰੀਏ। ਆਓ ਮਹਾਰਾਜ ਸਤਵੇਂ ਪਾਤਸ਼ਾਹ ਦੀ ਕਥਾ ਸ਼ੁਰੂ ਹੋ ਰਹੀ ਹੈ। ਪਿੱਛੇ ਆਪਾਂ ਗੁਰਪ੍ਰਤਾਪ ਸੂਰਜ ਦੀਆਂ 8 ਰਾਸਾਂ ਸਰਵਣ ਕਰ ਚੁੱਕੇ ਹਾਂ। ਅੱਜ 9ਵੀਂ ਰਾਸ ਸ਼ੁਰੂ ਹੁੰਦੀ ਹੈ। ਕਵੀ ਜੀ ਮੰਗਲਾ ਚਰਨ ਕਰਦੇ 10 ਪਾਤਸ਼ਾਹੀਆਂ ਦਾ। ਉਸ ਤੋਂ ਬਾਅਦ ਕਥਾ ਦਾ ਆਰੰਭ ਕਰਦੇ ਹੈ। ਪਿਆਰ ਨਾਲ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਓੰਕਾਰ। ਇੱਕ ਵਾਹਿਗੁਰੂ ਅਦੁੱਤੀ ਜੋ ਸਤ ਚੇਤਨ ਆਨੰਦ ਸਰੂਪ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਜੋ ਸਾਰਿਆਂ ਨੂੰ ਪਾਲਦਾ ਹੈ, ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਦਾ ਹੈ, ਜਾਗਰਤ ਸੁਪਨ ਸੁਖੋਪਤੀ ਤਿੰਨਾਂ ਅਵਸਥਾ 'ਚ ਸਾਖੀ ਰੂਪ ਹੁੰਦਾ ਹੈ, ਐਸਾ ਵਾਹਿਗੁਰੂ ਕੇਵਲ ਤੇ ਕੇਵਲ ਇੱਕੋ ਹੀ ਹੈ। ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਦੇ ਸਰੂਪ ਦੀ ਜਾਣਕਾਰੀ ਹੁੰਦੀ ਹੈ। ਆਪਣੇ ਆਪ ਕੋਈ ਉਸ ਸਰੂਪ ਨੂੰ ਜਾਣ ਨਹੀਂ ਸਕਦਾ ਜਿੰਨਾ ਚਿਰ ਕਿਸੇ ਬੰਦੇ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਸਵਈਆ ਸ਼੍ਰੀ ਪਰਸ਼ੋਤਮ ਪੂਰਨ ਹੈ। ਉਹ ਵਾਹਿਗੁਰੂ ਐਸਾ ਹੈ, ਸਾਰਿਆਂ ਤੋਂ ਉੱਤਮ ਪੁਰਸ਼ ਹੈ। ਪੁਰਸ਼ੋਤਮ ਪੁਰਸ਼ ਕਹਿੰਦੇ ਨੇ ਜੋ ਵਿਆਪਕ ਹੋਵੇ। ਪੁਰਪੁਰ ਦੇ ਵਿੱਚ ਆਕਾਸ਼ ਦੀ ਤਰ੍ਹਾਂ ਜੋ ਵਿਆਪਕ ਹੈ ਉਸ ਨੂੰ ਪੁਰਸ਼ ਕਹਿੰਦੇ ਹਨ। ਸਾਰਿਆਂ ਤੋਂ ਉੱਤਮ ਸਰਵ ਵਿਆਪਕ ਉਹ ਵਾਹਿਗੁਰੂ ਪੂਰਨ ਹੈ। ਕਹਿੰਦੇ ਅਧੂਰਾ ਨਹੀਂ ਹੈ, ਪੂਰਾ ਹੈ ਤੇ ਥਾਂ ਥਾਂ ਤੇ ਪੂਰਿਆ ਹੋਇਆ ਹੈ। ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਪਰਮਾਤਮਾ ਪਾਲਕ ਲੇਪ ਨ ਮਾਇਆ। ਉਹ ਪਰਮਾਤਮਾ ਸਾਰਿਆਂ ਨੂੰ ਪਾਲਣ ਵਾਲਾ ਹੈ ਤੇ ਉਸ ਨੂੰ ਮਾਇਆ ਦਾ ਲੇਪ ਨਹੀਂ ਲੱਗਦਾ। ਇਸ ਦੁਨੀਆ 'ਚ ਕੋਈ ਵੀ ਜੀਵ ਜੰਤੂ ਮਾਇਆ ਤੋਂ ਬਿਨਾਂ ਨਹੀਂ ਹੈ। ਸਾਡਾ ਸਰੀਰ ਵੀ ਤਾਂ ਮਾਇਆ ਹੀ ਹੈ, ਸਾਡਾ ਮਨ ਵੀ ਤਾਂ ਬੜੀ ਵੱਡੀ ਮਾਇਆ ਹੈ, ਬੁੱਧੀ ਕਿਹੜੀ ਘੱਟ ਮਾਇਆ ਹੈ, ਸਾਰਾ ਕੁਝ ਮਾਇਆ ਹੈ। ਪਰ ਜਿਹੜਾ ਮਾਇਆ ਦਾ ਪਤੀ ਵਿੱਚ ਬੈਠਾ ਉਹ ਇਸ ਤੋਂ ਨਿਰਲੇਪ ਹੈ। ਮਾਇਆ ਉਸੇ ਦੀ ਹੈ ਪਰ ਉਹ ਮਾਇਆ ਦੇ ਲੇਪ ਕਰਕੇ ਲਿਪਾਏਮਾਨ ਨਹੀਂ ਹੁੰਦਾ। ਸਰਬ ਨਿਵਾਸੀ ਸਦਾ ਅਲੇਪਾ, ਸਾਰਿਆਂ ਦੇ ਵਿੱਚ ਰਹਿੰਦਾ ਪਰ ਨਿਰਲੇਪ ਰਹਿੰਦਾ ਹੈ। ਸ਼੍ਰੀ ਪਰਮੇਸ਼ਰ ਮਾਧਵ ਪਾਵਨ। ਸੋ ਪਰਮੇਸ਼ਰ ਵਾਹਿਗੁਰੂ ਸਾਰਿਆਂ ਦਾ ਈਸ਼ਵਰ ਸੁਆਮੀ ਹੈ। ਐਸ਼ਵਰਿਆ ਸੰਯੁਕਤ ਜੋ ਹੋਵੇ ਉਸ ਨੂੰ ਈਸ਼ਵਰ ਕਹਿੰਦੇ ਹਨ। ਜਿਹਦੇ ਕੋਲ ਸਾਰਾ ਐਸ਼ਵਰਿਆ ਹੈ, ਰਾਜ ਭਾਗ ਹੈ, ਉਹ ਐਸਾ ਵਾਹਿਗੁਰੂ ਨਿਰੰਕਾਰ ਮਾਧਵ ਮਾਇਆ ਦਾ ਪਤੀ ਹੈ। ਔਖਕ ਤੇਰਕ ਪਾਰ ਨ ਪਾਇਆ। ਪਾਵਨ ਪਵਿੱਤਰ ਹੈ, ਭੁੱਖ ਸਾਰਿਆਂ ਦਾ ਪੇਟ ਭਰਨ ਵਾਲਾ ਹੈ। ਸਾਰਿਆਂ ਨੂੰ ਅੰਦਰ ਬਹਿ ਕੇ ਪ੍ਰੇਰਣਾ ਦੇ ਕੇ ਜਿਵੇਂ ਚਾਬੀ ਘੁਮਾਉਂਦਾ ਉਵੇਂ ਸਾਰੇ ਨੱਚਦੇ ਦੌੜਦੇ ਖਾਂਦੇ ਪੀਂਦੇ ਹੱਸਦੇ ਖੇਡਦੇ ਹਨ। ਜਿਹੜਾ ਵਾਹਿਗੁਰੂ ਪਾਰ ਨਾ ਪਾਇਆ, ਜਿਹਦੀ ਕੋਈ ਅੰਤ ਪਾਰਾਵਾਰ ਕਿਸੇ ਨੇ ਨਹੀਂ ਪਾਇਆ, ਜੈ ਕਰਤਾ ਜਗਦੀਸ਼ ਜੈ ਜਗ। ਉਸ ਪਰਮਾਤਮਾ ਦੀ ਜੈ ਜੈਕਾਰ ਹੋ ਰਹੀ ਹੈ। ਹਰ ਪਾਸੇ ਉਹਦੇ ਨਾਮ ਦੇ ਜੈਕਾਰੇ ਲੱਗ ਰਹੇ ਨੇ। ਜਿਹੜਾ ਪਰਮਾਤਮਾ ਜਗਤ ਦਾ ਈਸ਼ਵਰ ਹੈ ਔਰ ਸਾਰੇ ਜਜੇ ਜਗ ਜੀਵਨ, ਜਿੰਨੇ ਸੰਸਾਰ ਦੇ ਜੀਵ ਹਨ ਉਹਨਾਂ ਨੂੰ ਰੋਜੀ ਰੋਟੀ ਦੇ ਕੇ ਪਾਲਣਾ ਕਰਦਾ ਹੈ। ਸਾਰਿਆਂ ਦੀ ਉਹ ਪ੍ਰਤਪਾਲਣਾ ਕਰਨ ਵਾਲਾ, ਸਾਰਿਆਂ ਦੁਆਰਾ ਪੂਜਨੀਕ ਹੈ। ਜੋਨ ਬਿਨਾ ਜਸ ਛਾਇਆ। ਕਹਿੰਦੇ ਜਿਸ ਦੀ ਕੋਈ ਜੂਨੀ ਨਹੀਂ ਹੈ, ਕਿਸੇ ਮਾਂ ਦੇ ਪੇਟ ਤੋਂ ਨਹੀਂ ਪੈਦਾ ਹੁੰਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹੜਾ ਕਿਸੇ ਮਾਂ ਤੋਂ ਪੈਦਾ ਨਹੀਂ ਹੋਇਆ, ਅਜੂਨੀ ਸਰੂਪ ਹੈ। ਸ਼੍ਰੀਪਤ ਜੋਤ ਸਰੂਪ ਅਨੂਪਮ। ਜੋ ਸ੍ਰੀ ਮਾਇਆ ਦਾ ਹੈ, ਮਾਇਆ ਦਾ ਪਤੀ ਹੈ। ਸ਼੍ਰੀਪਤ ਜੋਤ ਸਰੂਪ, ਉਹ ਜੋਤ ਸਰੂਪ ਹੈ ਜਿਹਦਾ ਕੋਈ ਅੰਗ ਚੱਕਰ ਚੇਨ ਜਾਤ ਪਾਤ ਰੂਪ ਰੰਗ ਨਾ ਹੈ, ਨਾ ਕੋਈ ਵਰਣਨ ਕਰ ਸਕਦਾ ਹੈ। ਐਸਾ ਉਹ ਪਰਮਾਤਮਾ ਵਾਹਿਗੁਰੂ ਹੈ। ਪੂਪਨ ਪੂਪਨ ਮੋਹ ਹਰ ਰਾਇਆ। ਰਾਜਿਆਂ ਦਾ ਰਾਜਾ ਹੈ, ਉਪਮਾ ਤੋਂ ਰਹਿਤ ਹੈ। ਉਸ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ। ਸ਼੍ਰੀ ਮੁਖ ਪੰਕਜ ਕੀ ਸਮ ਹੈ। ਜਿਸ ਵਾਹਿਗੁਰੂ ਦੀ ਬਾਣੀ ਅੰਮ੍ਰਿਤ ਵਰਗੀ ਹੈ, ਜਿਸ ਦੀ ਰਸਨਾ ਦੇ ਉੱਤੋਂ ਅੰਮ੍ਰਿਤ ਵਸਦਾ ਹੈ। ਜੋ ਅੰਮ੍ਰਿਤ ਬਾਣੀ ਹੈ, ਸਾਧ ਸੰਗਤ ਦੀ ਅਕਾਲ ਪੁਰਖ ਦੀ ਸ਼ਕਤੀ ਹੈ। ਇਹਦਾ ਮੁਖ ਕਹਿੰਦੇ ਨੇ ਕਮਲ ਵਰਗਾ ਸੁੰਦਰ ਹੈ। ਜਗ ਵਿਆਪਕ ਹੋਏ ਬਨੀ ਗਨ ਬਾਣੀ। ਇਹ ਸੰਸਾਰ ਵਿੱਚ ਵਿਆਪਕ ਹੈ। ਜਿੰਨੀ ਸ੍ਰਿਸ਼ਟੀ ਹੈ ਨਾ, ਇਹਦੇ 'ਚ ਬਾਣੀ ਵਿਆਪਕ ਹੈ। ਬਾਣੀ ਤੋਂ ਬਿਨਾਂ ਕੋਈ ਬੋਲ ਨਹੀਂ ਸਕਦਾ। ਬਾਣੀ ਤੋਂ ਬਿਨਾਂ ਅਸੀਂ ਆਪਣੇ ਭਾਵ ਦੂਜੇ ਨੂੰ ਦੱਸ ਨਹੀਂ ਸਕਦੇ। ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ ਵਾਹਿਗੁਰੂ ਨੇ ਸਾਰਿਆਂ ਨੂੰ ਆਪੋ ਆਪਣੇ ਢੰਗ ਦੇ ਬੋਲ ਦਿੱਤੇ ਹੋਏ ਨੇ। ਉਹ ਬਾਣੀ ਦੇ ਦੁਆਰਾ ਅਸੀਂ ਆਪਣੇ ਹਾਵ ਭਾਵ ਦੂਜਿਆਂ ਨੂੰ ਦੱਸ ਦਿੰਦੇ ਹਾਂ। ਖਾਸ ਕਰਕੇ ਮਨੁੱਖ ਜਾਤੀ ਨੂੰ ਤਾਂ ਇਤਨੀ ਸੁੰਦਰ ਬਾਣੀ ਦਿੱਤੀ ਹੈ ਵੀ ਆਪਣੀ ਗੱਲ ਅਸੀਂ ਦੂਜੇ ਨੂੰ ਬੜੇ ਸਪਸ਼ਟ ਸ਼ਬਦਾਂ ਵਿੱਚ ਸੁਣਾ ਸਕਦੇ ਹਾਂ। ਫਿਰ ਬੋਲੀਆਂ ਵੀ ਦਿੱਤੀਆਂ ਵੱਖਰੀਆਂ ਵੱਖਰੀਆਂ, ਕੋਈ ਅੰਗਰੇਜ਼ੀ, ਕੋਈ ਉਰਦੂ, ਕੋਈ ਫਾਰਸੀ, ਕੋਈ ਤੁਰਕੀ, ਕੋਈ ਅਰਬੀ, ਵੱਖੋ ਵੱਖ। ਤੇ ਉਹ ਸਾਰੀ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਹੈ, ਬੋਲਣ ਦੀ ਸ਼ਕਤੀ ਹੈ। ਨੌ ਨਿਧ ਦਾ ਸਿੱਧ ਦਾ ਸ਼ੁੱਧ ਦੇਤ। ਇਹ ਨੌ ਨਿਧੀਆਂ ਦਿੰਦੀ ਹੈ, ਸਿੱਧੀਆਂ ਦਿੰਦੀ ਹੈ, ਰਿਧੀਆਂ ਦਿੰਦੀ ਹੈ। ਇਹ ਜੋ ਬਾਣੀ ਹੈ, ਇਹਦੇ 'ਚ ਬੜੀ ਵੱਡੀ ਪਾਵਰ ਹੈ।
ਬੜੀ ਵੱਡੀ ਸ਼ਕਤੀ ਹੈ। ਨਿਕੇਤ ਕਿਰਪਾ ਸੁਖ ਹੇਤ ਮਹਾਨੀ। ਇਹ ਕਿਰਪਾ ਦਾ ਘਰ ਹੈ ਤੇ ਸੁੱਖਾਂ ਦਾ ਹੇਤੂ ਹੈ। ਦੇਵਨ ਕੇ ਗਨ ਮਾਨਤ ਹੈ। ਸਾਰੇ ਦੇਵੀ ਦੇਵਤੇ ਵੀ ਇਸ ਦੇ ਅੱਗੇ ਸਿਰ ਝੁਕਾਉਂਦੇ ਹਨ, ਇਸ ਬਾਣੀ ਨੂੰ ਸਾਰੇ ਮੰਨਦੇ ਹਨ। ਜਸ ਠਾਨਤ ਹੈ ਬਰਦਾਇਕ ਜਾਨੀ। ਕਹਿੰਦੇ ਸਾਰੇ ਇਹਦਾ ਜਸ ਕਰਦੇ ਨੇ ਕਿਉਂਕਿ ਇਹ ਵਰ ਦੇਣ ਵਾਲੀ ਹੈ। ਸਾਰਸਤੀ ਕਰ ਬੇਣਵਤੀ। ਕਹਿੰਦੇ ਸਾਰਸਤੀ ਜੋ ਵਿਦਿਆ ਦੀ ਸ਼ਕਤੀ ਹੈ, ਜਿਹਦੇ ਹੱਥ ਵਿੱਚ ਬੀਣਾ ਫੜੀ ਹੋਈ ਅਨੇਕਾਂ ਪ੍ਰਕਾਰ ਦੇ ਰਾਗ ਅਲਾਪ ਰਹੀ ਹੈ। ਮੁਝ ਦੇਹ ਮਤੀ ਪਦ ਬੰਧਨ ਠਾਨੀ। ਕਵੀ ਜੀ ਕਹਿੰਦੇ ਮੈਨੂੰ ਨਮਸਕਾਰ ਕਰਕੇ ਬੇਨਤੀ ਕਰਦਾ ਹਾਂ, ਮੈਨੂੰ ਸੁਮਤ ਬਖਸ਼ੋ, ਮੈਂ ਆਪਣੇ ਸਤਿਗੁਰੂ ਗਰੀਬ ਨਵਾਜ ਦੀ ਕਥਾ ਲਿਖ ਸਕਾਂ। ਦੋਹਰਾ ਪਾਰ ਬ੍ਰਹਮ ਕਰਤਾ ਪੁਰਖ। ਪਾਰ ਬ੍ਰਹਮ ਕਰਤਾ ਪੁਰਖ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਜੋ ਸ਼੍ਰੀ ਨਾਨਕ ਅਵਤਾਰ। ਗੁਰੂ ਨਾਨਕ ਸਾਹਿਬ ਬਣ ਕੇ ਆਏ ਹਨ। ਅਕਾਲ ਪੁਰਖ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ। ਗੁਰੂ ਨਾਨਕ ਆਮਦ ਨਾਰਾਇਣ ਸਰੂਪ। ਭਾਈ ਨੰਦ ਲਾਲ ਜੀ ਨੇ ਵੀ ਇਹ ਬਚਨ ਲਿਖੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਹੀ ਰੂਪ ਹਨ। ਦਾਸਨ ਬ੍ਰਿਧ ਆਨੰਦ ਦੇ। ਆਪਣੇ ਬੇਅੰਤ ਦਾਸਾਂ ਨੂੰ ਆਨੰਦ ਦੇਣ ਵਾਲੇ, ਖੁਸ਼ੀਆਂ ਦੇਣ ਵਾਲੇ ਹਨ ਗੁਰੂ ਨਾਨਕ ਦੇਵ ਜੀ। ਤਿੰਨ ਪਦ ਬੰਧਨ ਧਾਰ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਵੀ ਜੀ ਕਹਿੰਦੇ ਹਨ ਮੈਂ ਕਥਾ ਲਿਖਦਾ ਹਾਂ। ਸ਼੍ਰੀ ਅੰਗਦ ਦੂਸਰ ਗੁਰੂ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰੇ ਪਾਤਸ਼ਾਹ। ਦਰਸ਼ਨ ਤੇ ਸੁਖ ਦੇਤ। ਆਪਣੇ ਸੇਵਕਾਂ ਨੂੰ ਦਰਸ਼ਨਾਂ ਨਾਲ ਹੀ ਸੁਖ ਦੇ ਦਿੰਦੇ ਹਨ। ਜਿਸ ਪ੍ਰਾਣੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਹਨ, ਜਾਂ ਸ੍ਰੀ ਖੰਡੂਰ ਸਾਹਿਬ ਕੋ ਜਾ ਕੇ ਮਹਾਰਾਜ ਦੇ ਨਗਰੀ ਦੇ ਦਰਸ਼ਨ ਕਰ ਲੈਂਦਾ ਹੈ, ਉਸ ਨੂੰ ਵੀ ਸਾਧ ਸੰਗਤ ਦੀ ਮਹਾਨ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਚਰਨ ਸਰੋਜਨ ਬੰਦਨਾ। ਮਹਾਰਾਜ ਸ੍ਰੀ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੇ ਚਰਨ ਕਮਲਾਂ ਤੇ ਕਵੀ ਜੀ ਕਹਿੰਦੇ ਮੈਂ ਮੱਥਾ ਟੇਕਦਾ ਹਾਂ। ਆਨੰਦ ਕਿਰਪਾ ਨਿਕੇਤ। ਜਿਹੜੇ ਮੇਰੇ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਆਨੰਦ ਦੇ ਦਾਤੇ ਨੇ, ਕਿਰਪਾ ਦੇ ਘਰ ਨੇ। ਅਦਿਕ ਬ੍ਰਿਧ ਸੇਵਨ ਲੱਗੇ। ਕਹਿੰਦੇ ਫਿਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਿਰਧ ਅਵਸਥਾ 'ਚ ਗੁਰੂ ਘਰ ਆਏ ਹਨ। ਬਿਰਧ ਅਵਸਥਾ ਵਿੱਚ ਗੁਰੂ ਦੀ ਸੇਵਾ ਸ਼ੁਰੂ ਕੀਤੀ ਹੈ। ਅਦਿਕ ਬ੍ਰਿਧ ਕਰ ਸੇਵ। ਤੇ ਸੇਵਾ ਵੀ ਬੜੀ ਬਿਰਧ ਕੀਤੀ ਹੈ। ਉਮਰ ਵੀ ਵੱਡੀ ਸੀ ਤੇ ਸੇਵਾ ਵੀ ਵੱਡੀ ਸੀ, ਜਿਹੜੀ ਉਹਨਾਂ ਨੇ ਸਤਿਗੁਰੂ ਅੰਗਦ ਦੇਵ ਜੀ ਦੀ 12 ਸਾਲ ਕੀਤੀ ਹੈ। ਬੰਦਾ ਜੋ ਬ੍ਰਿਧ ਅਦਿਕ ਹੋਇਆ। ਜੋ ਉਹ ਵੱਡੇ ਹਨ ਸਾਰਿਆਂ ਤੋਂ, ਉਹਨਾਂ ਨੂੰ ਮੈਂ ਮੱਥਾ ਟੇਕਦਾ ਹਾਂ। ਭਏ ਜਗਤ ਗੁਰਦੇਵ। ਜਿਹੜੇ ਜਗਤ ਦੇ ਗੁਰੂ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ। ਜਿਨ੍ਹਾਂ ਵਰਗਾ ਸੰਸਾਰ ਤੇ ਮਹਾਂਪੁਰਸ਼ ਲੱਭਣਾ ਮੁਸ਼ਕਲ ਹੈ ਹੀ ਨਹੀਂ। ਐਸੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਹਨ। ਰਾਮ ਰਾਮ ਇੱਕ ਨਾਮ ਹੈ। ਸ੍ਰੀ ਰਾਮਚੰਦਰ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ। ਰਾਮ ਰਾਮ ਕਰਕੇ ਦੋਵਾਂ ਨਾਮਾਂ 'ਚ ਸਮਾਨਤਾ ਹੈ। ਭਏ ਵਿਸ਼ੇਸ਼ਣ ਦੋਏ। ਦੋ ਵਿਸ਼ੇਸ਼ਣ ਹਨ। ਉਹਨਾਂ ਨੂੰ ਚੰਦ ਕਹਿੰਦੇ ਹਨ, ਇਹਨਾਂ ਨੂੰ ਦਾਸ ਕਹਿੰਦੇ ਹਨ। ਹਾਂਜੀ। ਰਾਜਾ ਭਗਤ ਸਰੂਪ ਤੇ। ਕਹਿੰਦੇ ਉਹਨਾਂ ਨੂੰ ਚੰਦ ਕਿਉਂ ਕਹਿੰਦੇ ਹਨ? ਕਿਉਂਕਿ ਉਹ ਰਾਜੇ ਸਨ। ਰਾਜਿਆਂ ਨੂੰ ਚੰਦ ਕਹਿੰਦੇ ਹਨ ਤੇ ਗੁਰੂ ਸਾਹਿਬ ਭਗਤ ਸਨ ਪਰਮੇਸ਼ਰ ਦੇ। ਭਗਤਾਂ ਨੂੰ ਦਾਸ ਕਹਿੰਦੇ ਹਨ। ਭਗਤੀ ਜਿਹੜੀ ਹੁੰਦੀ ਦਾਸ ਭਾਵ ਨਾਲ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਇੱਦਾਂ ਦੀਆਂ ਭਾਵਨਾਵਾਂ ਜਿਹੜੀਆਂ ਦਾਸ ਭਾਵਨਾ ਹੁੰਦੀਆਂ ਨੇ, ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਦੇ ਹਿਰਦੇ 'ਚ ਵਸੀਆਂ ਹੋਈਆਂ ਹਨ। ਚੰਦ ਦਾਸ ਲਖ ਸੋਏ। ਇਸ ਕਰਕੇ ਸ੍ਰੀ ਰਾਮਚੰਦਰ ਜੀ ਨੂੰ ਚੰਦ ਕਹਿੰਦੇ ਹਨ, ਗੁਰੂ ਰਾਮਦਾਸ ਜੀ ਨੂੰ ਰਾਮਦਾਸ ਕਹਿੰਦੇ ਹਨ, ਕਿਉਂਕਿ ਉਹਨਾਂ ਦੇ ਅੰਦਰ ਭਗਤੀ ਹੈ। ਹਾਂਜੀ। ਤਾਹੇ ਬਾਨ ਬਾਣੀ ਇਨਹੋ। ਕਹਿੰਦੇ ਅਰਜਨ ਦੇ ਬਾਣ ਬੜੇ ਤਿੱਖੇ ਸਨ। ਅਰਜਨ ਤੀਰ ਮਾਰਦਾ ਸੀ, ਵੈਰੀਆਂ ਦੇ ਦੰਦ ਖੱਟੇ ਕਰ ਦਿੰਦਾ, ਨਦੀਆਂ ਦੇ ਵਹਿਣ ਰੋਕ ਦਿੰਦਾ ਸੀਗਾ। ਉਹ ਬੜਾ ਬਲੀ ਸੀ। ਆਕਾਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਤੀਰਾਂ ਨਾਲ ਹੀ ਰਚਨਾਵਾਂ ਕਰਕੇ ਵਿਖਾ ਦਿੰਦਾ ਸੀ। ਅਰਜਨ ਦੇ ਤੀਰਾਂ ਦੀ ਦੁਨੀਆ ਤੇ ਕਿਤੇ ਹੋਰ ਮਿਸਾਲ ਨਹੀਂ ਮਿਲਦੀ। ਪਰ ਕਹਿੰਦੇ ਨੇ ਅਰਜਨ ਦੇ ਬਾਣ ਤੇ ਗੁਰੂ ਅਰਜਨ ਦੇਵ ਦੀ ਬਾਣੀ। ਆਖੋ ਸ੍ਰੀ ਵਾਹਿਗੁਰੂ। ਤਾਹੇ ਬਾਣ ਬਾਣੀ ਇਨੋ। ਅਰਜਨ ਸ਼ਬਦ ਇਕੱਠਾ ਨਾ। ਉਹ ਅਰਜਨ ਮਹਾਬਲੀ ਯੋਧਾ ਹੋਇਆ, ਉਹਦੇ ਬਾਣ ਸਨ। ਤੇ ਇਹ ਗੁਰੂ ਅਰਜਨ ਦੇਵ ਜੀ ਹੋਏ ਨੇ ਪੰਜਵੇਂ ਪਾਤਸ਼ਾਹ। ਬਾਣੀ ਇਨੋ, ਇਹਨਾਂ ਕੋਲ ਬਾਣੀ ਦੇ ਤੀਰ ਸਨ। ਬਲਕਿ ਭੱਟਾ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਹੈ, ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥੋਂ ਚਾਲੈ ਨਹੀਂ। ਕਹਿੰਦੇ ਗੁਰੂ ਅਰਜਨ ਵਾਲਾ ਤੀਰ ਕਮਾਨ ਜਿਹੜਾ ਨਾ, ਉਹ ਅਰਜਨ ਕੋਲੋਂ ਨਹੀਂ ਚੱਲਿਆ। ਕਿਉਂਕਿ ਗੁਰੂ ਅਰਜਨ ਦੇਵ ਦੇ ਤੀਰ ਤਾਂ ਉਹਨੂੰ ਮਾਰ ਦਿੰਦੇ ਹਨ
ਅਰਜਨ ਦੇ ਤੀਰਾਂ ਨੇ ਮੋਹ ਨਹੀਂ ਮਾਰਿਆ। ਜਦੋਂ ਪੁੱਤਰ ਦੀ ਮੌਤ ਦੀ ਖਬਰ ਸੁਣੀ ਸੀ, ਗੰਡੀਵ ਹੱਥੋਂ ਡਿੱਗ ਪਿਆ ਸੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਰਜਨ ਦੇ ਬਾਣਾਂ ਨਾਲੋਂ ਵੀ ਤਿੱਖੇ ਬਾਣ ਮਾਰਦੀ ਹੈ। ਤਾਹੇ ਬਾਣੀ ਇਨੋ, ਹਾਂਜੀ, ਛੇਦਤ ਲੱਛ ਬਿਕਾਰ। ਤੇ ਉਹ ਤਾਂ ਆਪਣੇ ਨਿਸ਼ਾਨਿਆਂ ਨੂੰ ਨਿਸ਼ਾਨੇ ਤੀਰ ਦੇ ਉੱਤੇ ਫੁੰਡਦਾ ਸੀਗਾ। ਗੁਰੂ ਅਰਜਨ ਦੇਵ ਦੀ ਬਾਣੀ ਵਿਕਾਰਾਂ ਨੂੰ ਫੁੰਡ ਦਿੰਦੀ ਹੈ। ਗੁਰੂ ਅਰਜਨ ਦੇਵ ਦੀ ਬਾਣੀ ਸਿੱਖ ਦੇ ਅੰਦਰੋਂ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ ਨਾਸ ਕਰ ਦਿੰਦੀ ਹੈ। ਨਾਮ ਦੋਏ ਇੱਕ ਰੂਪ ਜਿਨ। ਕਹਿੰਦੇ ਨਾਮ ਦੋ ਸਨ ਪਰ ਰੂਪ ਇੱਕੋ ਹੀ ਹੈ। ਉਹਦੇ ਕੋਲ ਤੀਰ ਸਨ, ਇਹਨਾਂ ਕੋਲ ਬਾਣੀ ਹੈ। ਸ਼੍ਰੀ ਅਰਜੁਨ ਸੁਖ ਧੰਨ ਕਾਰ। ਗੁਰੂ ਅਰਜਨ ਦੇਵ ਸੁੱਖਾਂ ਦੇ ਦਾਤੇ ਹਨ, ਸੁੱਖ ਕਰਨ ਵਾਲੇ ਹਨ। ਮਹਾਵੀਰ ਅਗਨੀ ਮਨ ਹੋ। ਕਹਿੰਦੇ ਅੱਗ ਤੇ ਮਹਾਵੀਰਤਾ ਇਹ ਦੋਵੇਂ ਆਪਸ ਵਿੱਚ ਬਲੀ ਹਨ ਬੜੇ। ਅਰਬਨ ਚਾਰਤ ਬ੍ਰਿੰਦ। ਕਹਿੰਦੇ ਅੱਗ ਤਾਂ ਜੰਗਲਾਂ ਨੂੰ ਸਾੜਦੀ ਹੈ ਤੇ ਮਹਾਬਲੀ ਛੇਵੇਂ ਪਾਤਸ਼ਾਹ ਦੁਸ਼ਮਣਾਂ ਨੂੰ ਸਾੜਦੇ। ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅੱਗ ਦੇ ਵਿੱਚ ਬਰਾਬਰ ਹੀ ਹੈ। ਕਿਹੜੀ ਗੱਲ ਦੀ? ਅੱਗ ਜੰਗਲ ਸਾੜ ਦਿੰਦੀ ਹੈ। ਗੁਰੂ ਹਰਗੋਬਿੰਦ ਨੇ ਮੁਗਲਾਂ ਦਾ ਜੰਗਲ ਸਾੜ ਕੇ ਸੁਆਹ ਕਰ ਦਿੱਤਾ ਹੈ। ਜੋਤ ਨਾਮ ਤੋਂ ਏਕ ਹੈ। ਕਹਿੰਦੇ ਅਗਨੀ ਵਰਗਾ ਤੇਜ ਪ੍ਰਚੰਡ ਹੈ। ਜੋਤ ਤਾਂ ਨਾਮ ਤਾਂ ਇੱਕੋ ਹੀ ਹੈ, ਤਨ ਜਗ ਹਰਗੋਬਿੰਦ। ਪਰ ਸਰੀਰ ਦੋ ਹਨ, ਅਗਨੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਵੱਖਰਾ ਵੱਖਰਾ ਦਿਸਦਾ ਹੈ। ਹਰੀ ਰਾਏ ਸਭ ਸੁਰਨ ਕੋ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਮੰਗਲ ਕਰਦੇ ਕਹਿੰਦੇ ਨੇ ਕਿ ਜਿਹੜਾ ਇੰਦਰ ਰਾਜਾ ਹੈ ਉਹ ਦੇਵਤਿਆਂ ਦਾ ਰਾਜਾ ਹੈ। ਸੋ ਸਰੂਪ ਹਰੀ ਰਾਏ। ਤੇ ਗੁਰੂ ਹਰਿਰਾਏ ਸਾਹਿਬ ਜੀ ਸਾਰੇ ਬ੍ਰਹਮੰਡ ਦੇ ਹੀ ਰਾਜੇ ਹਨ, ਸਿੱਖਾਂ ਦੇ ਰਾਜੇ ਹਨ। ਜਗ ਗੁਰਤਾ ਇਹੋ ਅਦਕਤਾ। ਇਹਨਾਂ ਦੇ ਵਿੱਚ ਵਡਿਆਈ ਇੰਦਰ ਨਾਲੋਂ। ਇੰਦਰ ਗੁਰੂ ਨਹੀਂ ਹੈ, ਉਹ ਦੇਵਤਿਆਂ ਦਾ ਰਾਜਾ ਜ਼ਰੂਰ ਹੈ ਪਰ ਉਹ ਗੁਰੂ ਨਹੀਂ ਹੈ। ਇਹ ਰਾਜੇ ਵੀ ਹਨ ਤੇ ਗੁਰੂ ਵੀ ਹਨ। ਜਗਤ ਦੀ ਗੁਰੂਤਾ ਹੋਣ ਕਰਕੇ, ਗੁਰਿਆਈ ਹੋਣ ਕਰਕੇ ਇੰਦਰ ਨਾਲੋਂ ਵੱਡੇ ਹਨ। ਬੰਦਾ ਪੰਕਜ ਪਾਏ। ਮੈਂ ਉਹਨਾਂ ਦੇ ਚਰਨ ਕਮਲਾਂ ਤੇ ਸਤਵੇਂ ਪਾਤਸ਼ਾਹ ਦੇ ਕਮਲ ਵਰਗੇ ਚਰਨਾਂ ਤੇ ਮੱਥਾ ਟੇਕਦਾ ਹਾਂ। ਨਾਮ ਏਕ ਅਰ ਜੋਤ ਇੱਕ। ਨਾਮ ਇੱਕ ਹੈ ਤੇ ਜੋਤ ਵੀ ਇੱਕ ਹੈ। ਇਸ ਤੇ ਪਰ ਹੈ ਪਛਾਨ। ਇਸ ਕਰਕੇ ਪਛਾਣ ਹੁੰਦੀ ਹੈ। ਕਹੈ ਨਾਮ ਇੱਕ ਬਾਰ ਦੁਆਗਰ। ਹਾਂ, ਕਹਿੰਦੇ ਇੱਕ ਵਾਰੀ ਕ੍ਰਿਸ਼ਨ ਨੂੰ ਇੱਕ ਵਾਰੀ ਕਹਿੰਦੇ ਕ੍ਰਿਸ਼ਨ ਜੀ, ਇਹਨਾਂ ਨੂੰ ਦੋ ਵਾਰੀ ਕਹਿੰਦੇ ਹਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ। ਹਾਂਜੀ, ਹਰਿ ਕ੍ਰਿਸ਼ਨ ਸਜਾਨ। ਕਿਉਂਕਿ ਉਹਨਾਂ ਨੂੰ ਤਾਂ ਇਕੱਲਾ ਹੀ ਕ੍ਰਿਸ਼ਨ ਕਹਿੰਦੇ ਆ, ਜਾਂ ਹਰੀ ਕਹਿਣਗੇ ਜਾਂ ਕ੍ਰਿਸ਼ਨ ਕਹਿਣਗੇ। ਇਹਨਾਂ ਨੂੰ ਹਰੀ ਵੀ ਕਹਿਣਗੇ, ਇਹਨਾਂ ਨੂੰ ਕ੍ਰਿਸ਼ਨ ਵੀ ਕਹਿਣਗੇ। ਇਹ ਇਹਨਾਂ ਦੀ ਵਡਿਆਈ ਹੈ ਕਿ 8 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਤਾਂ ਗੀਤਾ ਰਚੀ ਸੀ। ਇਹਨਾਂ ਨੇ ਗੂੰਗਿਆਂ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ ਹਨ। ਤੇਗ ਬਹਾਦਰ ਸਤਿਗੁਰੂ। ਤੇਗ ਬਹਾਦਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ। ਸਾਦਰ ਸਿਮਰੇ ਜੋਏ। ਜਿਹੜਾ ਸਤਿਕਾਰ ਨਾਲ ਸ਼ਰਧਾ ਨਾਲ ਯਾਦ ਕਰਦਾ ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੇ ਤਾਹੇ, ਸਭ ਥਾਈ ਹੋਏ ਸਹਾਈ। ਹਾਂਜੀ, ਹਾਦਰ ਦੇਰ ਬਹੀਨ ਹੋਏ। ਉਸੇ ਵੇਲੇ ਹਾਜ਼ਰ ਹੋ ਜਾਂਦੇ ਦੇਰ ਤੋਂ ਬਿਨਾਂ। ਮੱਖਣ ਸ਼ਾਹ ਲੁਬਾਣੇ ਨੇ ਸਮੁੰਦਰ 'ਚ ਅਰਦਾਸ ਕੀਤੀ, ਮੇਰਾ ਜਹਾਜ਼ ਡੁੱਬਣ ਲੱਗਾ, ਸੱਚੇ ਪਾਤਸ਼ਾਹ ਬੌੜੀ ਕਰੋ। ਤੇ ਮਹਾਰਾਜ ਉਹਦਾ ਜਾ ਕੇ ਡੁੱਬਦਾ ਜਹਾਜ਼ ਬੰਨੇ ਲਾ ਦਿੱਤਾ। ਅੱਜ ਵੀ ਕਿਤੇ ਔਖੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਾਂ ਯਾਦ ਕਰੀਏ, ਉੱਥੇ ਹੀ ਆ ਜਾਂਦੇ ਨੇ ਆਪਣੇ ਸਿੱਖ ਦੀ ਸਹਾਇਤਾ ਕਰਨ ਵਾਸਤੇ। ਬੰਦਾ ਦਿਨ ਪਦ ਦੋਏ। ਐਸੇ ਗਰੀਬ ਨਵਾਜ ਦੇ ਦੋਵਾਂ ਚਰਨਾਂ ਤੇ ਮੈਂ ਮੱਥਾ ਟੇਕਦਾ ਹਾਂ। ਨਾਮ ਪਿਤਾਮੋ ਕੋ ਲਿਓ। ਫਿਰ ਆਪਣੇ ਦਾਦੇ ਵਾਲਾ ਨਾਮ ਲਿਆ ਹੈ ਜਿਨ੍ਹਾਂ ਨੇ। ਹਰ ਪਦ ਮ੍ਰਿਗ ਪਤ ਜਾਨ। ਕਹਿੰਦੇ ਹਰ ਪਤ ਮਿਰਗ ਪਤ ਜਾਨ। ਕਹਿੰਦੇ ਸਿੰਘ ਸ਼ਬਦ ਜਿਹੜਾ ਹੈ, ਅੱਗੇ ਸਿੰਘ ਆ ਗਿਆ। ਹਰ ਗੋਬਿੰਦ, ਗੋਬਿੰਦ ਤਾਂ ਨਾਂ ਹੈ ਹੀ ਸੀ। ਕਹਿੰਦੇ ਅੱਗੇ ਸਿੰਘ ਦੀ ਥਾਂ ਤੇ, ਜਿਹੜਾ ਹਰ ਦੀ ਥਾਂ ਤੇ ਸਿੰਘ ਲਾ ਲਿਆ। ਹਰ ਨਾਮ ਸ਼ੇਰ ਦਾ ਹੈ। ਹਰ ਗੋਬਿੰਦ ਦਾ ਮਤਲਬ ਵੀ ਇਹ ਵੀ ਨਿਕਲਦਾ ਜੋ ਸ਼ੇਰ ਹੈ ਔਰ ਗੋਬਿੰਦ ਹੈ। ਇੱਥੇ ਗੋਬਿੰਦ ਹੈ ਤੇ ਸ਼ੇਰ ਹੈ। ਆਖੋ ਸ੍ਰੀ ਵਾਹਿਗੁਰੂ। ਕਵੀ ਜੀ ਕਿੱਥੋਂ ਗੱਲ ਕੱਢ ਰਹੇ ਨੇ, ਕਿੱਥੋਂ ਅਲੰਕਾਰ ਬਣ ਰਹੇ ਨੇ, ਕਿੱਥੋਂ ਉਪਮਾ ਲਿਆ ਰਹੇ ਨੇ। ਕਹਿੰਦੇ ਨਾਮ ਪਿਤਾਮੇ ਕੋ ਲਿਓ, ਨਾਮ ਦਾਦੇ ਦੇ ਨਾਮ ਵਿੱਚੋਂ ਲਿਆ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਹੀ ਨਾਮ ਫਿਰ ਬਦਲਿਆ ਹੈ। ਗੁਣ ਵੀ ਉਹੀ ਨੇ, ਸੂਰਬੀਰਤਾ ਉਸੇ ਤਰ੍ਹਾਂ ਹੀ, ਦੇਗ ਤੇਗ ਦੇ ਧਨੀ ਵੀ ਉਸੇ ਤਰ੍ਹਾਂ ਹੀ। ਨਾਮ ਪਿਤਾਮੇ ਕੋ ਲਿਓ, ਹਰਗੋਬਿੰਦ ਹੀ ਨਾਮ ਮੁੜ ਕੇ ਆਇਆ ਹੈ। ਹਾਂਜੀ, ਅਗਲ ਪਦ ਪਾਛੇ ਕਹੇ। ਅਗਲੇ ਪਦ ਨੂੰ ਪਿੱਛੇ ਕਰ ਲਿਆ ਹੈ। ਪਹਿਲਾਂ ਉੱਥੇ ਹਰ ਪਹਿਲੇ ਸੀ, ਇੱਥੇ ਹਰ ਦੀ ਥਾਂ ਤੇ ਸਿੰਘ। ਹਰ ਨਾਮ ਸ਼ੇਰ ਦਾ ਹੈ, ਸਿੰਘ ਨਾਮ ਸ਼ੇਰ ਦਾ ਹੈ। ਗੋਬਿੰਦ ਸਿੰਘ। ਹਾਂਜੀ, ਗੋਬਿੰਦ ਸਿੰਘ ਬਖਾਨ। ਗੋਬਿੰਦ ਸਿੰਘ ਬਖਾਨ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਜਾਂਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਹਨ।
ਹਾਂਜੀ। ਨਵਮੀ ਵਰਣੋ ਰਾਸ ਅਬ ਹੁਣ ਕਵੀ ਜੀ ਕਹਿੰਦੇ 9ਵੀਂ ਰਾਸ ਦੀ ਮੈਂ ਕਥਾ ਸ਼ੁਰੂ ਕਰਨ ਲੱਗਾ ਹਾਂ। ਸਭ ਸਤਿਗੁਰੂ ਮਨਾਏ 10 ਪਾਤਸ਼ਾਹੀਆਂ ਨੂੰ ਯਾਦ ਕਰਕੇ ਬੀਸਹ ਪਦ ਅਰਬਿੰਦ ਕੋ 20 ਚਰਨ ਹਨ। 10 ਸਤਿਗੁਰਾਂ ਦੇ 20 ਚਰਨ ਹਨ। ਆਖੋ ਸ੍ਰੀ ਵਾਹਿਗੁਰੂ। ਕਵੀ ਜੀ ਕਹਿੰਦੇ 20 ਪਦ ਅਰਬਿੰਦ ਕੋ, ਜਿਹੜੇ 20 ਪਵਿੱਤਰ ਚਰਨ ਕਮਲ ਹਨ, 2-2 ਸਤਿਗੁਰਾਂ ਦੇ ਚਰਨ ਹਨ, ਤੇ ਉਹਨਾਂ 20 ਚਰਨਾਂ ਨੂੰ ਬਾਰ-ਬਾਰ ਸਿਰਨਿਆਏ ਬਾਰ-ਬਾਰ ਸਿਰ ਨਵਾ ਕੇ, ਬਾਰ-ਬਾਰ ਮੱਥਾ ਟੇਕ ਕੇ ਬੰਦੋਂ ਬਾਰ-ਬਾਰ ਜਗਦੀਸ਼ਾ। ਮੈਂ ਬਾਰ-ਬਾਰ ਕਥਾ ਮਹਾਰਾਜ ਦੀ ਲਿਖਣ ਲੱਗਿਆ, ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਕਥਾ ਲਿਖਦਾ ਹਾਂ। ਦੋਹਰਾ ਕਥਾ ਗੁਰੂ ਹਰਿ ਰਾਏ ਕੀ ਕਥਾ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ੁਰੂ ਹੋ ਰਹੀ ਹੈ। ਸੁਨ ਸ਼ੋਤਾ ਸਬਤਾਨ ਗੁਰੂ ਕੇ ਖਾਲਸਾ ਜੀ, ਸਾਵਧਾਨ ਹੋ ਕੇ ਸੁਣਿਆ ਜੇ ਕਥਾ। ਸਾਧ ਸੰਗਤ ਜੀ, ਸਾਨੂੰ 10 ਪਾਤਸ਼ਾਹੀਆਂ ਦੀ ਸਾਰੀ ਕਥਾ ਇਸ ਜੀਵਨ 'ਚ ਜ਼ਰੂਰ ਸੁਣ ਲੈਣੀ ਚਾਹੀਦੀ ਹੈ, ਕਿਉਂਕਿ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ। ਇੱਕ ਵਾਰੀ ਮਿਲਿਆ ਹੈ, ਅਗਲਾ ਜਨਮ ਪਤਾ ਨਹੀਂ ਮਨੁੱਖ ਦਾ ਹੋਵੇ ਕਿ ਕਿਹੜਾ ਹੋਵੇ। ਜੇ ਪਰਮੇਸ਼ਰ ਸਰੂਪ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਕਥਾ ਸੁਣ ਲਓਗੇ ਤਾਂ ਮੁੜ ਕੇ ਜਨਮ ਮਰਨ ਨਹੀਂ ਬਣੇਗਾ, 84 ਕੱਟੀ ਜਾਏਗੀ, ਬੰਧਨ ਕੱਟੇ ਜਾਣਗੇ। ਇਸ ਕਰਕੇ ਸਰੋਤਾ ਜਨੋ ਸਾਵਧਾਨ ਹੋ ਕੇ ਕਥਾ ਸੁਣਿਆ ਕਰੋ। ਸਾਧ ਸੰਗਤ ਜੀ, ਕਥਾ ਸੁਣਨਾ ਕਥਾ ਕਰਨ ਨਾਲੋਂ ਵੀ ਔਖੀ ਹੈ। ਕਥਾ ਕਰਨੀ ਸੌਖੀ ਹੈ, ਕਥਾ ਸੁਣਨੀ ਔਖੀ ਹੈ। ਸੁਣਨ ਵਿੱਚ ਬੜੀ ਸਾਵਧਾਨਤਾ ਚਾਹੀਦੀ ਹੈ, ਪਰ ਸਾਡਾ ਧਿਆਨ ਕਦੀ ਇੱਧਰ ਕਦੀ ਉੱਧਰ, ਅੱਖਾਂ ਹੀ ਨਹੀਂ ਸਾਡਾ ਸਾਥ ਦਿੰਦੀਆਂ। ਅੱਖਾਂ ਨੂੰ ਰੋਕੀਏ, ਕੰਨ ਨਹੀਂ, ਆਵਾਜ਼ ਆ ਗਈ ਕਿਧਰੋਂ, ਉੱਧਰ ਧਿਆਨ ਚਲਾ ਜਾਂਦਾ ਹੈ। ਸੋ ਇਸ ਨੂੰ ਇਕਾਗਰ ਕਰਕੇ ਕਥਾ ਸੁਣੋ ਭਾਈ ਖਾਲਸਾ ਜੀ। ਪਾਵਨ ਪੁੰਨ ਉਪਾਵਨੀ ਇਹ ਪਵਿੱਤਰ ਪੁੰਨ ਪੈਦਾ ਕਰਨ ਵਾਲੀ ਕਥਾ ਹੈ। ਗਨ ਪਾਪਨ ਕੀ ਹਾਨ ਇਹ ਬਹੁਤ ਸਾਰੇ ਪਾਪਾਂ ਨੂੰ ਨਾਸ਼ ਕਰਦੀ ਕਥਾ। ਸ਼ਰਧਾ ਨਾਲ ਸੁਣ ਲਵੇ, ਬੰਦੇ ਦੇ ਪਾਪ ਕੱਟੇ ਜਾਂਦੇ ਹਨ। ਸ਼੍ਰੀ ਸਤਿਗੁਰ ਹਰਿ ਰਾਏ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਬੈਠੇ ਤਖਤ ਸੁਹਾਏ ਤਖਤ ਤੇ ਬੈਠ ਗਏ ਹਨ, ਤਖਤ ਤੇ ਸੋਭਾ ਪਾ ਰਹੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ 1644 ਈਸਵੀ ਦੇ ਵਿੱਚ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਹੋਏ ਹਨ। ਪਦ ਸਾਚੇ ਪਤਸ਼ਾਹ ਕੋ ਆਪ ਜੀ ਦਾ ਸੱਚੇ ਪਾਤਸ਼ਾਹ ਵਾਲਾ ਰੁਤਬਾ ਹੈ, ਸੱਚੀ ਪਾਤਸ਼ਾਹੀ ਆਪ ਨੂੰ ਮਿਲੀ ਹੈ। ਤਿਨ ਹੀ ਕੋ ਬਨ ਆਏ ਆਪ ਜੀ ਨੂੰ ਹੀ ਬਣਾਉਂਦੀ ਹੈ ਸੋਭਾ। ਇਹ ਤਖਤ ਆਪ ਜੀ ਦੇ ਲਾਇਕ ਹੈ। ਤਖਤ ਬਹਿ ਤਖਤੇ ਕੀ ਲਾਇਕ। ਤਖਤ ਤੇ ਹਰ ਕੋਈ ਥੋੜਾ ਬਹਿ ਸਕਦਾ। ਜਿਹੜਾ ਉਸ ਤਖਤ ਦੇ ਬਹਿਣ ਦੇ ਲਾਇਕ ਹੈ, ਯੋਗ ਹੈ, ਉਹੀ ਬੈਠੇਗਾ। ਮਹਾਰਾਜ 7ਵੇਂ ਪਾਤਸ਼ਾਹੀ ਇਸ ਗੁਰਤਾ ਗੱਦੀ ਦੇ ਲਾਇਕ ਸਨ। ਇਸ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਾਹ ਵਿੱਚ ਉਹੀ ਪ੍ਰਵਾਨ ਚੜੇ ਹਨ। ਉਹਨਾਂ ਨੂੰ ਹੀ ਗੁਰਿਆਈ ਦਾ ਤਖਤ ਮਿਲਿਆ ਹੈ। ਸਵਈਆ ਜਾਮਨ ਜਾਮ ਰਹੇ ਜਬ ਜਾਗਤ ਸਾਧ ਸੰਗਤ ਜੀ, ਜਦੋਂ ਇੱਕ ਪਹਿਰ ਰਾਤ ਰਹਿ ਜਾਂਦੀ ਹੈ, ਉਦੋਂ ਮਹਾਰਾਜ ਜੀ ਸਤਿਗੁਰੂ ਹਰਿਰਾਏ ਸਾਹਿਬ ਜੀ ਜਾਗ ਪੈਂਦੇ ਹਨ। ਅੰਮ੍ਰਿਤ ਵੇਲੇ 2-2:30 ਵਜੇ ਉੱਠ ਪੈਂਦੇ ਹਨ। ਸੋਚ ਕਰੈ ਪੁਨ ਨੀਰ ਇਸ਼ਨਾਨ ਫਿਰ ਪਹਿਲਾਂ ਜੰਗਲ ਪਾਣੀ ਜਾ ਕੇ ਦਾਤਨ ਕਰਕੇ ਇਸ਼ਨਾਨ ਕਰਦੇ ਹਨ। ਗਾਗਰ 101 ਕੇ ਸੰਗ ਇਸ਼ਨਾਨ ਕਰਨ ਲਈ 101 ਗਾਗਰਾਂ ਸਤਲੁਜ ਤੋਂ ਮੰਗਾਉਂਦੇ ਹਨ। ਗੁਰੂ ਕੇ ਸਿੱਖ ਲੈ ਕੇ ਆਉਂਦੇ 101 ਗਾਗਰ ਨਾਲ ਗੁਰੂ ਸਾਹਿਬ ਜੀ ਇਸ਼ਨਾਨ ਕਰਦੇ ਹਨ। ਮਲੈ ਨਿਜ ਅੰਕ ਕੋ ਸੇਵਕ ਆਨੈ ਸੇਵਕ ਗਾਗਰਾਂ ਲਿਆ ਕੇ ਜਲਦੀਆਂ ਪਾਈ ਜਾਂਦੇ ਤੇ ਮਹਾਰਾਜ ਆਪਣੇ ਸਰੀਰ ਦੇ ਮਾਲਿਸ਼ ਕਰੀ ਜਾਂਦੇ ਆ, ਮਲੀ ਜਾਂਦੇ ਆ ਤੇ ਇਸ਼ਨਾਨ ਕਰੀ ਜਾਂਦੇ ਹਨ। ਆਸਨ ਪੈਥਰ ਹੋਏ ਅਗਾਧ ਇਸ਼ਨਾਨ ਕਰਕੇ ਬਸਤਰ ਪਹਿਨ ਕੇ ਆਸਣ ਤੇ ਚੌਂਕੜਾ ਲਾ ਕੇ ਸਮਾਧੀ 'ਚ ਸਥਿਤ ਹੋ ਜਾਂਦੇ ਹਨ। ਬਿਲੋਚਨ ਮੂੰਦ ਸਮਾਧ ਪਠਾਨ ਨੇਤਰ ਬੰਦ ਕਰਕੇ ਆਪਣੇ ਅੰਤਰਮੁਖੀ ਬਿਰਤੀ ਕਰਕੇ ਸਮਾਧੀ ਲਾ ਕੇ ਨਿਜ ਸਰੂਪ ਵਿੱਚ ਟਿਕ ਜਾਂਦੇ ਹਨ। ਆਨੰਦ ਰੂਪ ਅਨੂਪ ਬਿਖੈ ਜਿਹੜਾ ਮਹਾਰਾਜ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਦਾ ਆਨੰਦ ਸਰੂਪ ਹੈ, ਜੋਤੀ ਸਰੂਪ ਹੈ, ਜਿਹਦੀ ਉਪਮਾ ਨਹੀਂ ਕਹਿ ਸਕਦੇ ਕੈਸਾ ਹੈ। ਬਸ ਕੇਵਲ ਮਹਾਪੁਰਸ਼ਾਂ ਦਾ ਅਨੁਭਵ ਹੀ ਹੈ, ਦੂਸਰੇ ਨੂੰ ਦੱਸਿਆ ਨਹੀਂ ਜਾ ਸਕਦਾ। ਕਿਉਂਕਿ ਦੂਸਰ ਹੋਏ ਤਾਂ ਸੋਝੀ ਪਾਏ। ਕੋਈ ਦੂਜਾ ਹੋਵੇ ਤੇ ਕੋਈ ਦੱਸੇ, ਦੂਜਾ ਹੈ ਨਹੀਂ, ਦੱਸ ਕੀ ਸਕੇਗਾ, ਇੱਕੋ ਹੀ ਹੈ। ਹਾਂਜੀ, ਨਿਜ ਬ੍ਰਤ ਟਿਕਾਏ ਥਿਰੈ ਇਕ ਥਾਨ ਆਪਣੇ ਵਿੱਚ ਬਿਰਤੀ ਟਿਕਾ ਕੇ ਆਪਣੇ ਸਰੂਪ ਵਿੱਚ ਟਿਕ ਜਾਂਦੇ, ਬੈਠ ਜਾਂਦੇ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬੈਠੇ ਅਡੋਲ ਰਹਿ ਗੁਰ ਪੂਰਨ ਸਤਿਗੁਰੂ ਜੀ ਅਡੋਲ ਹੋ ਕੇ ਬੈਠੇ ਰਹਿੰਦੇ ਹਨ। ਆਤਮ ਬ੍ਰਹਮ ਸਮਾਦ ਲਗਾਏ ਆਪਣੇ ਆਤਮ ਸਰੂਪ ਵਿੱਚ ਬਿਰਤੀ ਟਿਕਾਈ ਹੈ, ਬ੍ਰਹਮ ਵਿੱਚ ਲੀਨ ਹੋ ਕੇ ਰਹਿੰਦੇ ਹਨ। ਬਾਹਰ ਗਾਇਕ ਗਾਵਤ ਹੈ ਬਾਹਰ ਕੀਰਤਨੀਏ ਗੁਰੂ ਕੀ ਬਾਣੀ ਦਾ ਕੀਰਤਨ ਕਰ ਰਹੇ ਹੁੰਦੇ ਹਨ। ਸਤਨਾਮ ਮਹਾਤਮ ਕੋ ਸੁਖਦਾਇ ਸਤਨਾਮ ਸ੍ਰੀ ਵਾਹਿਗੁਰੂ ਦਾ ਮਹਾਤਮ ਦੱਸਦੇ ਹਨ। ਬਾਦਤ ਬਾਜਤ ਤਾਲ ਮਿਲਾਵਤ ਬਹੁਤ ਸਾਰੇ ਬਾਜੇ ਵੱਜਦੇ ਹਨ।
ਬਹੁਤ ਸਾਰੀਆਂ ਰਬਾਬਾਂ ਵੱਜਦੀਆਂ ਨੇ, ਮਿਰਦੰਗ ਵੱਜਦੇ ਨੇ। ਪ੍ਰੇਮ ਬਦੇ ਸੁਨ ਬੇਚਤ ਲਾਏ, ਪ੍ਰੇਮੀ ਸਿੱਖ ਬਾਣੀ ਰੀਝ ਰੀਝ ਕੇ ਗਾਉਂਦੇ ਨੇ ਤੇ ਚਿੱਤ ਲਾ ਕੇ ਸੁਣਦੇ ਨੇ। ਸੇਵਕ ਬੈਠ ਸੁਨੈ ਸਮੁਦਾਇ, ਸੰਗਤਾਂ ਕੀਰਤਨ ਸੁਣਦੀਆਂ ਸਾਰੀਆਂ ਬੈਠ ਕੇ ਵਾਹਿਗੁਰੂ ਮੁਖ ਜਾਪ ਅਲਾਏ। ਤੇ ਵਾਹਿਗੁਰੂ ਦਾ ਸਿਮਰਨ ਕਰਦੀਆਂ ਹਨ। ਅੰਮ੍ਰਿਤ ਵੇਲੇ ਤੇ ਹੋਏ ਪ੍ਰਭਾਤ, ਅੰਮ੍ਰਿਤ ਵੇਲੇ ਤੋਂ 2-2:30 ਵਜੇ ਤੋਂ ਹੀ ਭਜਨ ਕੀਰਤਨ ਸ਼ੁਰੂ ਹੋ ਜਾਂਦਾ ਹੈ। ਦਿਨ ਚੜ੍ਹੇ ਤੱਕ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੁੰਦਾ ਹੈ। ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਲਗਭਗ 6 ਵਜੇ ਦੇ ਲਗਭਗ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪੈ ਜਾਂਦਾ ਹੈ। ਸਮਾਧ ਛਟੈਦ੍ਰਿਗ ਕੋ ਬਿਕਸਾਏ, ਔਰ ਉਸ ਵੇਲੇ ਮਹਾਰਾਜ ਸਮਾਧੀ ਚ ਉੱਠਦੇ ਹਨ, ਨੇਤਰ ਖੋਲਦੇ ਹਨ। ਚੰਦਨ ਕੁਮਕਮ ਸੋ ਕਨਸਾਰ, ਜਦੋਂ ਮਹਾਰਾਜ ਸਮਾਧੀ ਚੋਂ ਬਾਹਰ ਆਉਂਦੇ ਹਨ, ਭਾਵ ਨੇਤਰ ਖੋਲਦੇ ਹਨ, ਉਸ ਵੇਲੇ ਗੁਰੂ ਕੇ ਸਿੱਖ ਚੰਦਨ ਤੇ ਕੇਸਰ ਰਗੜ ਕੇ ਮਿਲਾਏ ਕਸਾਏ ਕਾ ਸੇਵਕ ਲਿਆਏ। ਮਹਾਰਾਜ ਦੇ ਵਾਸਤੇ ਚੰਦਨ ਤਿਆਰ ਕਰਕੇ ਲਿਆਉਂਦੇ ਹਨ, ਕਸਾ ਕੇ ਵਿੱਚ ਕੇਸਰ ਤੇ ਬੜੀ ਸੁਗੰਧੀ ਵਾਲੇ ਪਦਾਰਥ ਪਾਏ ਹੁੰਦੇ, ਕਸਤੂਰੀ ਆਦਿਕ। ਭਾਲ ਪੈ ਸੁੰਦਰ ਟੀਕੋ ਲਗਾਏ, ਸਤਿਗੁਰੂ ਮਹਾਰਾਜ ਜੀ ਦੇ ਸੁੰਦਰ ਮੱਥੇ ਤੇ ਸੋਹਣਾ ਸੁੰਦਰ ਟੀਕਾ ਲਾਇਆ ਜਾਂਦਾ ਹੈ। ਅੱਜ ਕੱਲ੍ਹ ਕਈਆਂ ਨੂੰ ਇਸ ਗੱਲ ਤੋਂ ਵੀ ਬੜੀ ਐਲਰਜੀ ਹੋਣੀ ਵੀ ਟਿੱਕੇ ਦੇ ਬਾਹਮਣ ਲਾਉਂਦੇ ਆ। ਸਾਰੀਆਂ ਚੀਜ਼ਾਂ ਬਾਹਮਣਾਂ ਨੂੰ ਦੇਣੀਆਂ, ਆਪਣੇ ਕੋਲ ਵੀ ਕੋਈ ਰੱਖ ਲਓ ਖਾਲਸਾ ਜੀ। ਚੰਗੀਆਂ ਚੀਜ਼ਾਂ ਬਾਹਮਣਾਂ ਨੂੰ ਦੇ ਦਿਓ, ਆਪਣੇ ਕੋਲ ਕੀ ਰਹਿ ਗਿਆ। ਕੇਸਰ ਕੁਝ ਆਮ ਚੀਜ਼ ਹੈ, ਚੰਦਰ ਕੋਈ ਆਮ ਚੀਜ਼ ਹੈ। ਕੁਦਰਤ ਦਾ ਸਭ ਤੋਂ ਕੀਮਤੀ ਤੋਹਫਾ ਹੈ ਕੇਸਰ ਤੇ ਚੰਦਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ ਸੀ, ਉਸ ਵੇਲੇ ਮਹਾਰਾਜ ਨੇ ਭਾਈ ਬੁੱਢਾ ਸਾਹਿਬ ਦੇ ਹੱਥੋਂ ਗੁਰਿਆਈ ਦਾ ਤਿਲਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੱਥੇ ਤੇ ਲਵਾਇਆ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ 2-3 ਜਗ੍ਹਾ ਤੇ ਹਵਾਲਾ ਆਉਂਦਾ ਹੈ ਕਿ ਗੁਰੂ ਕੇ ਸਿੱਖ ਸਵੇਰੇ ਦਰਬਾਰ 'ਚ ਲਾ ਕੇ ਤਿਲਕ ਜਾਇਆ ਕਰਦੇ ਸਨ। ਭਾਈ ਸਾਹਿਬ ਦੀ ਬਾਣੀ 'ਚ ਬਚਨ ਹੈ, ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਚੱਲ ਜਾਏ ਬਹਾਂਦੇ। ਤੇ ਖਾਲਸਾ ਜੀ, ਅੱਜ ਕੱਲ੍ਹ ਅਸੀਂ ਨਾ ਫੇਸਬੁੱਕ ਬ੍ਰਹਮ ਗਿਆਨ ਬੜਾ ਪ੍ਰਾਪਤ ਕਰ ਲਿਆ, ਆਪਣੇ ਗ੍ਰੰਥ ਨਹੀਂ ਪੜ੍ਹਦੇ। ਨਾ ਗੁਰੂ ਗ੍ਰੰਥ ਸਾਹਿਬ ਪੜ੍ਹਨਾ, ਨਾ ਭਾਈ ਗੁਰਦਾਸ ਪੜ੍ਹਨਾ, ਨਾ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਨੀ, ਨਾ ਗੁਰਪ੍ਰਤਾਪ ਸੂਰਜ ਪੜ੍ਹਨਾ। ਤੇ ਐਵੇਂ ਬਸ ਗੱਲ ਮਨਮਤ ਦੀ ਕਰੀ ਜਾਣੀ, ਜੇ ਗੁਰਮਤ ਹੈ ਤੇ ਇਹ ਮਨਮਤ ਹੈ, ਪਤਾ ਕੁਛ ਵੀ ਨਹੀਂ। ਸੋ ਇੱਥੇ ਵਿਚਾਰ ਆ ਰਹੀ, ਗੁਰੂ ਸਾਹਿਬ ਜੀ ਦੇ ਮੱਥੇ ਤੇ ਸਿੱਖ ਲਿਆ ਕੇ ਚੰਦਨ ਕੇਸਰ ਦਾ ਤਿਲਕ ਲਾਉਂਦੇ ਹਨ। ਮਹਾਦਤ ਪਾਏ ਮਨੋ ਜਲ ਜਾਏ, ਕਹਿੰਦੇ ਮਹਾਰਾਜ ਸਾਹਿਬ ਜੀ ਦਾ ਮੱਥਾ ਬੜਾ ਸੁੰਦਰ ਸੋਭਨੀਕ, ਜਿਵੇਂ ਕਮਲ ਦਾ ਫੁੱਲ ਹੁੰਦਾ ਹੈ। ਸੁੰਦਰ ਸੁਖਮ ਚੀਰ ਸ਼ਰੀਰ, ਸੋਹਣੇ ਸੁੰਦਰ ਬਰੀਕ ਕੱਪੜੇ ਦੇ ਚੋਲੇ ਬਣੇ ਹੁੰਦੇ ਹਨ। ਤਬਾ ਪਹਿਰਾ ਗੁਰ ਅੰਗ ਸਜਾਏ, 101 ਕਲੀਆਂ ਵਾਲਾ ਚੋਲਾ 7ਵੇਂ ਪਾਤਸ਼ਾਹ ਜੀ ਫਿਰ ਪਹਿਨਦੇ ਹਨ। ਕਬਿਤ ਏਕ ਸਤ ਏਕ ਪੜ ਜਾਮੇ ਕੋ ਬਨਾਏ ਠਾਟ, 101 ਕਲੀਆਂ ਦਾ ਚੋਲਾ ਹੁੰਦਾ ਹੈ। ਸੁਖਮ ਅਦਕ ਅੰਗ ਸੁੰਦਰ ਸਜਾਵੇ, ਸੋਹਣੇ ਸੁੰਦਰ ਅੰਗਾਂ ਉੱਤੇ ਮਹਾਰਾਜ ਜੀ ਸੁੰਦਰ ਕੀਮਤੀ ਚੋਲਾ ਪਹਿਨਦੇ ਹਨ ਸਤਿਗੁਰੂ ਹਰਾਏ ਸਾਹਿਬ ਜੀ ਮਹਾਰਾਜ। ਪਾਗ ਪਰ ਜਗਾ ਲਗੇ ਜਬਰ ਜਵਾਹਰ ਸੋ, ਪੱਗ ਦੇ ਉੱਤੇ ਜਿਗਾ ਹੀਰੇ ਮੋਤੀ ਜਵਾਹਰਾਤ ਜੜੇ ਹੁੰਦੇ, ਉਹ ਜਿਗਾ ਲਾਉਂਦੇ, ਕਲਗੀ ਲਾਉਂਦੇ ਹਨ ਦਸਤਾਰ ਦੇ ਉੱਤੇ। ਸ਼ੋਭਾ ਮੁਖ ਮੰਡਲ ਤੇ ਕੁੰਡਲ ਡਲਾਵੇ, ਸੁੰਦਰ ਮੁਖ ਮੰਡਲ ਦੀ ਸ਼ੋਭਾ ਕਹੀ ਨਹੀਂ ਜਾ ਸਕਦੀ, ਸੁੰਦਰ ਕੁੰਡਲ ਸ਼ੋਭਾ ਪਾਉਂਦੇ ਹਨ। ਕੰਚਨ ਕੇ ਕੰਕਨ ਜਰਾਉ ਜੇ ਵਜਾਗਰ, ਸੋਨੇ ਦੇ ਕੜੇ ਜਿਨ੍ਹਾਂ ਦੇ ਵਿੱਚ ਹੀਰੇ ਮੋਤੀ ਨਗ ਜੜੇ ਹੁੰਦੇ ਹਨ। ਫੂਲ ਮਾਲ ਕੰਠ ਮੈਂ ਵਿਸਾਲ ਸ਼ਬ ਪਾਵੇ, ਤੇ ਫੁੱਲਾਂ ਦੀ ਮਾਲਾ ਗਲ ਵਿੱਚ ਪਾਈ ਹੁੰਦੀ ਹੈ। ਮਹਾਰਾਜ ਸਾਹਿਬ ਜੀ ਬਹੁਤ ਹੀ ਸੁੰਦਰ ਸਰੂਪ ਵਾਲੇ ਸਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਅਤਰਸ ਗੰਧ ਲਾਏ ਦੀਨ ਨੁਕ ਬੰਦ ਪੁਨ, ਅਤਰ ਸੁਗੰਧੀ ਲਾ ਕੇ ਦੀਨਾਂ ਦੇ ਬੰਧੂ ਮੇਰੇ ਸਤਿਗੁਰੂ 7ਵੇਂ ਪਾਤਸ਼ਾਹ ਜੀ ਮਹਾਰਾਜ। ਚੋਆ ਅਰ ਚੰਦਨ ਤੇ ਅੰਗ ਮਹਿਕਾਵੇ, ਸਾਰਾ ਸਰੀਰ ਚੋਆ ਚੰਦਨ ਕੇਸਰ ਨਾਲ ਮਹਿਕਦਾ ਹੈ। ਤੇ ਜਿੱਥੇ ਦੀਵਾਨ ਲਾਣਾ ਹੁੰਦਾ ਉੱਥੇ ਵੀ ਸੰਗਤਾਂ ਨੇ ਬੜੀ ਸੁਗੰਧੀ ਛਿੜਕਾਈ ਹੁੰਦੀ ਹੈ। ਉੱਠ ਕੇ ਚਲਤ ਜਬ ਜਾਮੇ ਕੋ ਸਮੇਟੇ ਤਬ, ਜਦੋਂ ਉੱਠ ਕੇ ਦੀਵਾਨ ਵੱਲ ਜਾਣ ਲੱਗਦੇ ਨੇ, ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਚੇਤੇ ਆ ਜਾਂਦਾ, ਜੇ ਵੱਡਾ ਚੋਲਾ ਪਾਉਣਾ ਹੈ ਤੇ ਸਾਂਭ ਕੇ ਤੁਰਨਾ ਹੈ। ਤੇ ਉਹ ਸਾਰੇ ਚੋਲੇ ਦੀਆਂ 100 ਕਲੀਆਂ ਇਕੱਠੀਆਂ ਕਰਕੇ ਆਪਣੀ ਬਾਹ ਤੇ ਰੱਖ ਲੈਂਦੇ ਹਨ। ਬਾਕ ਜਪ ਤਾਮੇ ਕਹੇ ਫੁੱਲ ਟੁੱਟ ਜਾਣ ਤੇ, ਜਦੋਂ ਫੁੱਲ ਟੁੱਟ ਗਿਆ ਸੀ ਨਾ, ਚੋਲੇ ਦੇ ਨਾਲ ਦੌੜ ਕੇ ਗਏ ਸਨ ਬਾਗ ਦੇ ਵਿੱਚ, ਤੇ ਮਹਾਰਾਜ 7ਵੇਂ ਪਾਤਸ਼ਾਹ ਜੀ ਦੇ ਚੋਲੇ ਦੇ ਘੇਰੇ ਨਾਲ ਉਦੋਂ ਫੁੱਲ ਟੁੱਟ ਗਿਆ ਸੀ। ਛੋਟੀ ਜਿਹੀ ਅਵਸਥਾ ਸੀ ਮਹਾਰਾਜ ਦੀ, ਗੁਰੂ ਹਰਿਰਾਏ ਸਾਹਿਬ ਜੀ ਦੀ। ਤੇ ਦਾਦਾ ਜੀ ਨੇ ਗੋਦੀ ਚੁੱਕ ਕੇ ਆਖਿਆ ਸੀ, ਇਹ ਫੁੱਲ ਕਿਵੇਂ ਟੁੱਟਾ ਹੈ? ਕਹਿਣ ਲੱਗੇ, ਜੀ ਸਾਡੇ ਕੋਲੋਂ ਟੁੱਟਾ ਹੈ।
ਕਹਿੰਦੇ ਜੇ ਵੱਡਾ ਚੋਲਾ ਪਾਈਏ ਤੇ ਉਹਨੂੰ ਸਾਂਭ ਕੇ ਤੁਰੀਦਾ ਹੈ। ਸੋ ਇਹ ਸਾਧ ਸੰਗਤ ਜੀ ਬਚਨ ਉਦੋਂ ਦਾ ਪੱਲੇ ਬੰਨਿਆ ਹੋਇਆ, ਕਦੀ ਵੀ ਚੋਲਾ ਛੋਟਾ ਨਹੀਂ ਕੀਤਾ। ਚੋਲਾ ਤਾਂ ਵੱਡਾ ਹੀ ਪਾਉਂਦੇ ਹਨ 101 ਕਲੀਆਂ ਦਾ, ਪਰ ਜਦੋਂ ਦਰਬਾਰ ਵਿੱਚ ਜਾਂ ਕਿਤੇ ਵੀ ਉੱਠ ਕੇ ਜਾਣ ਲੱਗਦੇ ਨੇ ਪਹਿਲਾਂ ਆਪਣਾ ਚੋਲਾ ਸੰਭਾਲਦੇ ਨੇ। ਉਮਰ ਪ੍ਰਯੰਤ ਸਹੁ ਨੇਮ ਕੋ ਨਿਭਾਹਿਓ ਉਮਰ ਪ੍ਰਯੰਤ ਸਾਰੀ ਉਮਰ ਉਹ ਨਿਯਮ ਨਿਭਾਇਆ ਹੈ, ਇੱਕ ਦਿਨ ਵੀ ਚੋਲਾ ਛੱਡ ਕੇ ਨਹੀਂ ਤੁਰੇ। ਚੋਲਾ ਪਾਇਆ ਵੀ ਵੱਡਾ ਹੈ ਤੇ ਸਾਂਭ ਕੇ ਤੁਰੇ ਹਨ। ਇਹਨੂੰ ਕਹਿੰਦੇ ਆ ਗੁਰੂ ਦੇ ਭੈ ਵਿੱਚ ਚੱਲਣਾ, ਅਦਬ ਵਿੱਚ ਚੱਲਣਾ, ਹੁਕਮ ਵਿੱਚ ਚੱਲਣਾ। ਹਾਂਜੀ, ਛੋਰ ਕਰ ਚੀਰ ਨਹੀਂ ਕਬਹੁ ਪਿਆਨ ਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਚੋਲੇ ਨੂੰ ਕਦੀ ਖਿਲਾਰ ਕੇ ਨਹੀਂ ਤੁਰਦੇ, ਹਮੇਸ਼ਾ ਇਕੱਠਾ ਕਰਕੇ ਆਪਣੀ ਖੱਬੀ ਬਾਂਹ ਤੇ ਰੱਖ ਲੈਂਦੇ ਉਹਦਾ ਘੇਰਾ, ਤੇ ਇਸ ਤਰ੍ਹਾਂ ਹੀ ਤੁਰਦੇ ਹਨ। ਹੋਤ ਹੀ ਪ੍ਰਭਾਤ ਆਏ ਬੈਠਤ ਦੀਵਾਨ ਵਿਖੈ। ਔਰ ਆ ਕੇ ਦੀਵਾਨ ਦੇ ਵਿੱਚ ਸਵੇਰੇ ਫਿਰ ਬੈਠ ਜਾਂਦੇ ਹਨ। ਬਾਜਤ ਰਬਾਬ ਸਮਰਦਾਨ ਧਨ ਠਾਨ ਤੇ। ਉੱਥੇ ਰਬਾਬਾਂ ਵੱਜਦੀਆਂ ਨੇ, ਉੱਥੇ ਮਿਰਦੰਗ ਵੱਜਦੇ ਨੇ, ਉੱਥੇ ਸਰੰਦੇ ਵੱਜਦੇ ਨੇ, ਉੱਥੇ ਕੀਰਤਨ ਹੁੰਦਾ ਹੈ। ਸੁਨੈ ਮੌਨ ਠਾਨ ਤੇ ਮਹਾਨ ਸੁਖ ਮਾਨ ਤੇ। ਬੜੇ ਪ੍ਰੇਮ ਨਾਲ ਚੁੱਪ ਕਰਕੇ ਗੁਰੂ ਕੀਆਂ ਸੰਗਤਾਂ ਵੀ ਕੀਰਤਨ ਸੁਣਦੀਆਂ ਤੇ ਸਤਿਗੁਰੂ ਵੀ ਨੇਤਰ ਬੰਦ ਕਰਕੇ ਧਿਆਨ ਨਾਲ ਬਾਣੀ ਦਾ ਕੀਰਤਨ ਸੁਣਦੇ ਹਨ। ਕਸ਼ਟ ਗਨ ਹਾਨ ਤੇ ਸੋ ਉਦਰ ਜਹਾਨ ਤੇ। ਮਹਾਰਾਜ ਸਾਹਿਬ ਜੀ ਬਾਣੀ ਦਾ ਕੀਰਤਨ ਸੁਣਦੇ ਹਨ ਜਿਹਦੇ ਨਾਲ ਸਾਰੇ ਸੰਸਾਰ ਦੇ ਕਸ਼ਟ ਕੱਟੇ ਜਾਣ, ਐਸੀ ਬਾਣੀ ਹੈ। ਗੁਰੂ ਕੇ ਦਰਸ ਹਿਤ ਆਏ ਤੇ ਸਮੈ ਸਿਖ। ਉਸ ਵੇਲੇ ਗੁਰੂ ਦੇ ਸਿੱਖ ਫਿਰ ਦੀਵਾਨ 'ਚ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਦੇਖਵੇ ਤੇ ਭਗਤ ਅੰਕੁਰ ਹੋਏ ਆਵੇ। ਜਦੋਂ ਮਹਾਰਾਜ ਦੇ ਦਰਸ਼ਨ ਕਰਦੇ ਨੇ, ਦੀਵਾਨ ਦੇ ਦਰਸ਼ਨ ਕਰਦੇ ਨੇ, ਉਦੋਂ ਮਨ 'ਚ ਸ਼ਰਧਾ ਪੈਦਾ ਹੁੰਦੀ ਹੈ। ਸਾਧ ਸੰਗਤ ਜੀ ਕਥਾ ਕੀਰਤਨ ਤੇ ਆਪਾਂ ਟੀਵੀ ਤੇ ਰੇਡੀਓ ਤੇ ਘਰ ਬੈਠੇ ਵੀ ਸੁਣ ਲੈਂਦੇ ਆ, ਪਰ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਜਿਹੜਾ ਆਨੰਦ ਗੁਰਦੁਆਰੇ ਦੀਵਾਨ 'ਚ ਆ ਕੇ ਬੈਠ ਕੇ ਆਉਂਦਾ ਹੈ ਉਹ ਘਰ ਆ ਜਾਂਦਾ? ਘਰ ਕੋਈ ਆ ਗਿਆ, ਕਿਸੇ ਨੇ ਦਰਵਾਜ਼ਾ ਖੜਕਾਤਾ, ਕਿਸੇ ਨੇ ਰੋਟੀ ਮੰਗ ਲਈ, ਕਿਸੇ ਨੇ ਕੋਈ ਨਿਆਣਾ ਰੋ ਪਿਆ, ਕੋਈ ਧਿਆਨ ਕਿੱਧਰ ਚਲਾ ਗਿਆ, ਸ਼ਰਧਾ ਘੱਟ ਬਣ। ਠੀਕ ਹੈ ਵੀ ਨਾ ਨਾਲੋਂ ਤਾਂ ਚੰਗਾ ਵੀ ਜੇ ਨਹੀਂ ਆ ਸਕੇ ਆਪਾਂ ਤੇ ਘਰ ਸੁਣ ਲਈਏ, ਉਹ ਗੱਲ ਵੱਖਰੀ ਹੈ। ਪਰ ਜੇ ਦਰਬਾਰ 'ਚ ਆਓਗੇ, ਦਰਸ਼ਨ ਕਰਾਂਗੇ ਗੁਰੂ ਮਹਾਰਾਜ ਦੇ, ਤੇ ਉਹਦਾ ਹੋਰ ਹੀ ਰੰਗ ਹੈ, ਹੋਰ ਹੀ ਸਵਾਦ ਹੈ, ਹੋਰ ਹੀ ਆਨੰਦ ਹੈ। ਹਾਂਜੀ, ਪ੍ਰੇਮ ਸੋ ਪ੍ਰਤੀਤ ਕਰ ਦਰਸ ਹਜੂਰ ਕੋ। ਗੁਰੂ ਸਾਹਿਬ ਦੇ ਨਾਲ ਪ੍ਰੇਮ ਬਣਦਾ ਹੈ, ਪ੍ਰਤੀਤ ਬਣਦੀ ਹੈ, ਭਰੋਸਾ ਬਣਦਾ ਹੈ। ਜਦੋਂ ਗੁਰੂ ਹਰਿਰਾਏ ਸਾਹਿਬ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ ਉਦੋਂ ਉਹਨਾਂ ਦੇ ਮਨ ਖਿੜ ਜਾਂਦੇ ਹਨ ਦਾਤ ਕਾਲ ਫਲ ਮਨ ਬਾਂਛਤ ਕੋ ਪਾਵੇ। ਤੇ ਜੋ ਵੀ ਮਨ ਦੀ ਇੱਛਾ ਹੁੰਦੀ ਹੈ ਨਾ ਉਸੇ ਵੇਲੇ ਪੂਰੀ ਹੋ ਜਾਂਦੀ ਹੈ। ਬੈਠੇ ਰਹਿ ਕਿਤੇ ਕਾਲ ਸ੍ਰੀ ਗੁਰੂ ਕਿਰਪਾਲ ਮਹਾ। ਮਹਾਰਾਜ ਕੁਝ ਸਮਾਂ ਦੀਵਾਨ ਵਿੱਚ ਕਾਫੀ ਸਮਾਂ ਬੈਠੇ ਰਹਿੰਦੇ ਹਨ। ਸੰਗਤ ਨੇ ਹਾਲ ਕਰਾ ਦਰਸ ਦਿਖਾਵੇ। 2-2.5 ਘੰਟੇ 3 ਘੰਟੇ ਤੱਕ ਦੀਵਾਨ ਸਜਿਆ ਰਹਿੰਦਾ। ਸੰਗਤਾਂ ਆ ਕੇ ਦਰਸ਼ਨ ਕਰਦੀਆਂ ਰਹਿੰਦੀਆਂ ਨੇ। ਦਾਸ ਅਰ ਪਾਵੇ ਆਨੰਦ ਉਪਜਾਵੇ। ਦਾਸਾਂ ਸੇਵਕਾਂ ਨੂੰ ਇਹ ਮਹਾਰਾਜ ਦਾ ਵਰਤਾਰਾ ਬੜਾ ਹੀ ਚੰਗਾ ਲੱਗਦਾ। ਗੁਰੂ ਸਾਹਿਬ ਦੇ ਦਰਸ਼ਨ ਬੜੇ ਹੀ ਚੰਗੇ ਲੱਗਦੇ ਨੇ। ਮਨ 'ਚ ਬੜਾ ਆਨੰਦ, ਬੜੀ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਬਦਨ ਬਿਕਸਾਵੇ ਸੋ ਸ਼ਬਦ ਤੇ ਸੁਹਾਵੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੁਖ ਤੋਂ ਹੱਸ ਕੇ ਜਦੋਂ ਬਚਨ ਕਰਦੇ ਨੇ ਦੰਦ ਇਉਂ ਚਮਕਦੇ ਨੇ ਜਿਵੇਂ ਮੋਤੀ ਚਮਕਦੇ ਹੋਣ। ਚਰਨ ਕਮਲ ਸੰਗ ਆਰਤੀ ਕੋ ਗਾਵੇ ਜਬ। ਜਦੋਂ ਗੁਰੂ ਕੇ ਸਿੱਖ ਚਰਨ ਕਮਲ ਦੀ ਚੌਂਕੀ ਲਾਉਂਦੇ ਨੇ, ਸ੍ਰੀ ਆਸਾ ਜੀ ਤੋਂ ਬਾਅਦ ਫਿਰ ਚਰਨ ਕਮਲ ਦੀ ਜਿਹੜੀ ਚੌਂਕੀ 10-11 ਵਜੇ ਤੱਕ ਹੁੰਦੀ ਹੈ, ਫਿਰ ਆਰਤੀ ਗਾਈ ਜਾਂਦੀ ਹੈ। ਸੱਚਖੰਡ ਸ੍ਰੀ ਹਜੂਰ ਸਾਹਿਬ ਹੁਣ ਵੀ ਮਰਜ਼ਾਦਾ, ਹਰਿਮੰਦਰ ਸਾਹਿਬ ਵੀ ਹੈ, ਉੱਥੇ ਇੱਕ ਸ਼ਬਦ ਜ਼ਰੂਰ ਪੜ੍ਹਿਆ ਜਾਂਦਾ। ਤੇ ਇਸੇ ਤਰ੍ਹਾਂ ਹਜੂਰ ਸਾਹਿਬ ਵੀ ਆਰਤੀ ਦੀ ਮਰਜ਼ਾਦਾ ਸਵੇਰੇ ਵੀ ਔਰ ਸ਼ਾਮ ਨੂੰ ਵੀ। ਸੋ 10 ਵਜੇ ਜਦੋਂ ਆਰਤੀ ਗਾਉਂਦੇ ਹਨ ਦੀਵਾਨ ਦੀ ਸਮਾਪਤੀ ਹੁੰਦੀ ਹੈ। ਕੀਰਤਨ ਭੋਗਤ ਕਰਤ ਅਰਦਾਸ ਕੋ। ਕੀਰਤਨ ਦਾ ਭੋਗ ਪੈਂਦਾ, ਅਰਦਾਸਾ ਹੁੰਦਾ ਹੈ। ਸੂਪ ਕਰ ਆਏ ਕਾ ਅਗਾਰੀ ਥਿਰ ਹੋਏ ਪੁਨ। ਫਿਰ ਦੀਵਾਨ ਦੇ ਵਿੱਚ ਆ ਕੇ ਲਾਂਗਰੀ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਦੇਖ ਭਈ ਤਿਆਰ ਕਰਾ ਬਾਕਨ ਪ੍ਰਕਾਸ਼ ਕੋ। ਲਾਂਗਰੀ ਅਰਦਾਸ ਕਰਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂ का लंगर तैयार है, आप जी कृपा करके लंगर छको। ਆਇਸ ਲੈ ਗੁਰੂ ਹਰਿ ਰਾਏ ਕੀ ਸਦਾਵੇ ਫਿਰ। ਫਿਰ ਗੁਰੂ ਸਾਹਿਬ ਦੀ ਆਗਿਆ ਹੁੰਦੀ, ਮਹਾਰਾਜ ਹੁਕਮ ਕਰਦੇ ਨੇ ਤੇ ਲਾਂਗਰੀ ਲੰਗਰ 'ਚ ਵਾਪਸ ਚਲਾ ਜਾਂਦਾ ਹੈ। ਆਨਤ ਹਕਾਰ ਸਿੱਖ ਸੰਗਤ ਸੇ ਦਾਸ ਕੋ। ਤੇ ਸਿੱਖ ਸੰਗਤਾਂ ਨੂੰ ਇਸ਼ਾਰਾ ਹੁੰਦਾ ਹੈ, ਸੱਦਾ ਹੁੰਦਾ ਵੀ ਆਓ ਭਾਈ ਸਾਰੇ ਗੁਰੂ ਕੇ ਲੰਗਰ ਵਿੱਚ ਆ ਜਾਓ
ਤੇ ਪੰਗਤ ਲਾ ਕੇ ਬੈਠੋ, ਸਤਨਾਮ ਵਾਹਿਗੁਰੂ ਦਾ ਜਾਪ ਕਰੋ ਤੇ ਲੰਗਰ ਛਕੋ। ਲੰਗਰ ਮੈਂ ਜਾਏ ਸਮੁਦਾਇ ਕੋ ਮਿਲਾਏ ਕਰ, ਸਾਰਿਆਂ ਨੂੰ ਬੁਲਾ ਕੇ ਸੰਗਤ 'ਚ ਬਿਠਾਉਂਦੇ ਹਨ ਪੰਗਤ ਵਿੱਚ। ਭੋਜਨ ਕੋ ਖਾਏ ਤ੍ਰਿਪਤਾਏ ਸਾਧ ਰਾਸ ਕੋ, ਸਾਰੇ ਪ੍ਰੇਮ ਨਾਲ ਗੁਰੂ ਦਾ ਲੰਗਰ ਛਕਦੇ ਨੇ, ਤ੍ਰਿਪਤ ਹੁੰਦੇ ਨੇ, ਬੜੇ ਸਵਾਦੀ ਭੋਜਨ ਬਣੇ ਹੁੰਦੇ ਨੇ। ਜੈਸੇ ਅਡ ਮੰਡਲ ਮੈਂ ਚੰਦਰਮਾ ਬਿਰਾਜਾ ਬਹੁ, ਆਹ ਜਿਵੇਂ ਤਾਰਿਆਂ ਦੇ ਵਿੱਚ ਚੰਨ ਸੋਭਾ ਪਾਉਂਦਾ ਹੋਵੇ, ਤੈਸੇ ਦੁੱਤ ਹੋਤ ਗਨ ਸੰਗਤਾ ਪਰਿਵਾਰ ਤੇ, ਏਦਾਂ ਗੁਰੂ ਸਾਹਿਬ ਸੰਗਤਾਂ 'ਚ ਸੋਭਦੇ ਹਨ ਜਿਵੇਂ ਤਾਰਿਆਂ ਵਿੱਚ ਚੰਦਰਮਾ ਸੋਭਦਾ ਹੈ। ਚੌਂਕੇ ਕੀ ਮਰਜਾਦ ਸੰਗ ਅਸਨ ਪੁਨੀਤ ਬਨ, ਲੰਗਰ ਹਮੇਸ਼ਾ ਪਵਿੱਤਰਤਾ ਦੇ ਨਾਲ ਬਣਦਾ ਹੈ। ਜੋ ਚੌਂਕੇ ਦੀ ਮਰਜ਼ਾਦਾ ਹੈ ਨਾ ਸਾਧ ਸੰਗਤ ਜੀ, ਉਹ ਇਹ ਹੈ ਵੀ ਇੱਕ ਤਾਂ ਇਸ਼ਨਾਨ ਕਰਕੇ ਲੰਗਰ ਵਿੱਚ ਵੜੋ, ਰਸੋਈ ਵਿੱਚ ਵੜਨਾ ਇਸ਼ਨਾਨ ਕਰਕੇ। ਇਹ ਨਹੀਂ ਵੀ ਸਵੇਰੇ ਉੱਠੇ ਮੂੰਹ ਦਾਤਨ ਕੁਰਲਾ ਕੀਤਾ, ਕੋਈ ਨਹੀਂ, ਚੱਲ ਰਸੋਈ ਵਿੱਚ ਚਾਹ ਬਣਾਓ ਤੇ ਪੀ ਲਓ। ਇਹ ਅੱਜ ਕੱਲ੍ਹ ਦੀ ਮਰਜ਼ਾਦਾ ਹੈ। ਗੁਰੂ ਕੇ ਸਿੱਖਾਂ ਦੀ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਕਿਰਿਆ ਸੋਧੋ, ਦਾਤਨ ਕੁਰਲਾ ਕਰੋ, ਇਸ਼ਨਾਨ ਕਰੋ, ਨਿਤਨੇਮ ਕਰੋ, ਫਿਰ ਜੋ ਜਲ ਪਾਣੀ ਬਣਾ ਕੇ ਛਕਣਾ। ਠੀਕ ਹੈ ਵੀ ਪਾਣੀ ਪੀਣਾ ਹੋਵੇ ਉਹ ਤਾਂ ਆਪਾਂ ਸਰੀਰ ਦੀ ਲੋੜ ਮੁਤਾਬਕ ਪੀ ਸਕਦੇ ਹਾਂ, ਪਰ ਜੇ ਆਪਾਂ ਬਿਨਾਂ ਨਹਾਤੇ ਧੋਤਿਆਂ ਸਾਰਾ ਕੁਝ ਖਾਵਾਂਗੇ ਤੇ ਮਲੇਸ਼ ਬੁੱਧੀ ਹੋ ਜਾਏਗੀ। ਇਸ ਕਰਕੇ ਲੰਗਰ ਜਿਹੜਾ ਹੈ ਸੁਚਮ ਦੇ ਨਾਲ ਤਿਆਰ ਕੀਤਾ ਜਾਂਦਾ। ਝੂਠੇ ਮਿੱਠੇ ਹੱਥ ਲਾਣੇ, ਵਿੱਚ ਹੀ ਖਾਈ ਜਾਣਾ, ਵਿੱਚ ਹੀ ਪਕਾਈ ਜਾਣਾ, ਇਹ ਮਰਜ਼ਾਦਾ ਨਹੀਂ। ਲੰਗਰ ਜਦੋਂ ਬਣਾਉਣਾ ਮੂੰਹ ਤੇ ਕੱਪੜਾ ਰੱਖ ਕੇ, ਅੱਜ ਅੱਗੇ ਤਾਂ ਸਿਰਫ ਨਿਹੰਗ ਸਿੰਘ ਮੂੰਹ ਬੰਨ੍ਹ ਕੇ ਲੰਗਰ ਬਣਾਉਂਦੇ ਸੀ ਨਾ, ਤੇ ਲੋਕ ਮਖੌਲ ਕਰਦੇ ਸੀ, ਕਹਿੰਦੇ ਆ ਵੇਖੋ ਵੱਡੇ ਬਣੇ ਫਿਰਦੇ, ਮੂੰਹ ਬੰਨੀ ਫਿਰਦੇ। ਹੁਣ ਸਾਰਿਆਂ ਨੇ ਮੂੰਹ ਬੰਨਿਆ ਹੋਇਆ, ਹੁਣ ਪੂਰੇ ਵਰਲਡ ਵਿੱਚ ਹੀ ਮੂੰਹ ਬੰਨੀ ਫਿਰਦੇ ਸਾਰੇ। ਹੁਣ ਪੁੱਛੋ ਇਹਨਾਂ ਨੂੰ ਵੀ ਹੁਣ ਕਿਉਂ ਬੰਨਿਆ ਤੁਸੀਂ ਮੂੰਹ? ਕਿਉਂਕਿ ਮਹਾਰਾਜ ਸਾਹਿਬ ਜੀ ਦੇ ਲੰਗਰ 'ਚ ਥੁੱਕ ਨਾ ਡਿੱਗ ਜਾਵੇ। ਦੇਗ ਬਣਾ ਰਹੇ ਆ, ਕੜਾਹ ਪ੍ਰਸ਼ਾਦੀ, ਆਪਾਂ ਗੱਲਾਂ ਕਰੀ ਜਾਂਦੇ ਹਾਂ, ਮੂੰਹ 'ਚ ਥੁੱਕਾਂ ਡਿੱਗੀ ਜਾਂਦੀਆਂ, ਭੋਗ ਕੀ ਲੱਗਣਾ, ਪਹਿਲਾਂ ਹੀ ਝੂਠੀ ਕਰਤੀ ਦੇਗ ਆਪਾਂ। ਇਹ ਚੀਜ਼ਾਂ ਖਿਆਲ ਰੱਖਣੀਆਂ। ਸੁਚਮ ਨਾਲ ਲੰਗਰ ਬਣਾਓ, ਸੁਚਮ ਨਾਲ ਵਰਤਾਓ, ਉਸ ਲੰਗਰ 'ਚ ਅੰਮ੍ਰਿਤ ਵਸੇਗਾ। ਛਕਣ ਵਾਲੇ ਦੇ ਮੂੰਹ ਤੋਂ ਆਪੇ ਹੀ ਵਾਹਿਗੁਰੂ ਨਿਕਲੇਗਾ। ਤੇ ਜੇ ਆਪਾਂ ਨਿੰਦਾ ਚੁਗਲੀ ਕਰਦੇ ਹਾਂ, ਗਾਲਾਂ ਕੱਢਦੇ ਹਾਂ, ਲੰਗਰ ਬਣਾਇਆ, ਖਾਣ ਵਾਲੇ ਨੂੰ ਕੀ ਰਸ ਆਉਣਾ? ਹਾਂਜੀ, ਸਵਾਦ ਲਬਸਾਲ ਹੈ ਅਨਕ ਪ੍ਰਕਾਰ ਤੇ, ਬੜੇ ਸਵਾਦਿਸ਼ਟ ਭੋਜਨ ਵਧੀਆ ਵਧੀਆ ਬਣਦੇ ਹਨ। ਆਮਖ ਨ ਪਰਾ ਦੇਗ ਸਗਰੇ ਬਰਜ ਦੀਨ। ਹੁਣ ਮਹਾਰਾਜ ਨੇ ਵੇਖਿਆ ਵੀ ਗੁਰੂ ਦੇ ਲੰਗਰ ਵਿੱਚ ਬੜੀ ਦੁਨੀਆ ਆਉਂਦੀ, ਸੰਨਿਆਸੀ, ਬੈਰਾਗੀ, ਜੋਗੀ, ਜੰਗਮ ਆਉਂਦੇ ਨੇ, ਤੇ ਉਹ ਕਈ ਵਾਰੀ ਨਾ ਵਿਚਾਰੇ ਇਸ ਕਰਕੇ ਰੋਟੀ ਨਹੀਂ ਖਾਂਦੇ ਵੀ ਇੱਥੇ ਮਹਾਂਪ੍ਰਸ਼ਾਦ ਬਣਿਆ ਹੋਇਆ, ਮੀਟ ਬਣਿਆ ਹੋਇਆ। ਸਤਿਗੁਰੂ ਜੀ ਨੇ ਕਹਿਤਾ ਵੀ ਅੱਜ ਤੋਂ ਬਾਅਦ ਲੰਗਰ ਵਿੱਚ ਇਹ ਚੀਜ਼ ਨਹੀਂ ਬਣਾਉਣੀ, ਜਿਹੜਾ ਵੀ ਆਵੇ ਪ੍ਰਸ਼ਾਦਾ ਛਕ ਕੇ ਜਾਵੇ। ਗੁਰੂ ਦੇ ਲੰਗਰ ਵਿੱਚ ਦਾਲ ਫੁਲਕਾ ਬਣਾਓ, ਸਤੋਗੁਣੀ ਜਿਸ ਨੂੰ ਵੈਸ਼ਨੂ ਭੋਜਨ ਕਹਿੰਦੇ ਨੇ, ਉਹ ਬਣਾਓ। ਜਿਹੜੀ ਫੌਜ ਹੈ ਉਹਦਾ ਵੱਖਰਾ ਕਰ ਦਿਓ। ਗੁਰੂ ਕੇ ਸਿੱਖਾਂ ਵਾਸਤੇ ਤੇ ਸਾਰੀ ਦੁਨੀਆ ਵਾਸਤੇ ਲੰਗਰ ਦੀ ਮਰਜ਼ਾਦਾ ਸਤਵੇਂ ਪਾਤਸ਼ਾਹ ਨੇ ਹੁਣ ਇਸ ਤਰ੍ਹਾਂ ਦੀ ਕਾਇਮ ਕੀਤੀ ਹੈ ਵੀ ਮਾਸ ਜਿਹੜਾ ਹੈ ਉਹ ਲੰਗਰ ਵਿੱਚ ਨਹੀਂ ਬਣਾਉਣਾ। ਇਹ ਆਗਿਆ ਦੇਤੀ ਵੀ ਭਾਈ ਵੱਧ ਤੋਂ ਵੱਧ ਮਾਸ ਛੱਡੋ, ਇਹ ਨਹੀਂ ਖਾਣਾ। ਕਿਉਂਕਿ ਮਾਸ ਖਾਣ ਨਾਲ ਵੀ ਬਿਰਤੀ ਜਿਹੜੀ ਹੈ ਨਾ ਉਹ ਤਮੋ ਗੁਣੀ ਹੁੰਦੀ ਹੈ। ਤਾਮਸੀ ਬਿਰਤੀ ਦੇ ਵਿੱਚ ਫਿਰ ਬੰਦਾ ਚਲਾ ਜਾਂਦਾ, ਆਲਸੀ ਹੋ ਜਾਂਦਾ, ਜਾਂ ਫਿਰ ਜ਼ਿਆਦਾ ਸੌਂਏਗਾ, ਜਾਂ ਫਿਰ ਗਾਲਾਂ ਕੱਢੇਗਾ, ਲੜੇਗਾ, ਉੱਦਾਂ ਦਾ ਕ੍ਰੋਧੀ ਬਿਰਤੀ ਵਾਲਾ ਹੋ ਜਾਏਗਾ। ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਵੀ ਤਾਮਸੀ ਬਿਰਤੀ ਵਾਲਾ ਭੋਜਨ ਨਾ ਕਰੋ। ਬਾਬੇ ਗੁਰ ਦਿੱਤੇ ਤਨ ਤਿਆਗ ਕੀਨ ਜਬ ਹੀ ਤੇ, ਜਦੋਂ ਦੇ ਬਾਬੇ ਗੁਰ ਦਿੱਤੇ ਜੀ ਹੋਰਾਂ ਨੇ ਸਰੀਰ ਛੱਡਿਆ ਸੀ, ਉਦੋਂ ਤੋਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਦੀ ਬਿਰਤੀ ਰੱਖਣ ਲੱਗ ਪਏ ਸਨ। ਤੇ ਆਪ ਜੀ ਕਦੀ ਵੀ ਸ਼ਿਕਾਰ ਖੇਡਣ ਗਏ, ਕਦੀ ਕੋਈ ਜੀਵ ਮਾਰਿਆ ਨਹੀਂ ਸੀ। ਵੱਡੇ ਸਤਿਗੁਰੂਆਂ ਦੀ ਤੇ ਮਰਜ਼ਾਦਾ ਸੀ, ਛੇਵੇਂ ਪਾਤਸ਼ਾਹ ਦੀ ਸ਼ਿਕਾਰ ਖੇਡਣਾ, ਵੀਰ ਰਸ ਵਿੱਚ ਰਹਿਣਾ, ਜੰਗ ਯੁੱਧ ਕਰਨੇ। ਪਰ ਸਤਵੇਂ ਪਾਤਸ਼ਾਹ ਜੀ ਮਹਾਰਾਜ ਬਿਲਕੁਲ ਸਤੋਗੁਣੀ ਭੋਜਨ ਤੇ ਸਤੋਗੁਣੀ ਵਿਹਾਰ ਕਰਦੇ ਸਨ। ਨੇਮ ਧਾਰ ਤਬ ਤੇ ਰਹਾ ਸੋ ਐਸੀ ਡਾਰ ਤੇ, ਉਸ ਦਿਨ ਤੋਂ ਇਸ ਤਰੀਕੇ ਦਾ ਨਿਯਮ ਕਰ ਲਿਆ ਸੀ ਵੀ ਕਿਸੇ ਦੀ ਹੱਤਿਆ ਕਰਨੀ ਨਹੀਂ, ਕਿਸੇ ਜੀਵ ਤੇ ਵਾਰ ਕਰਨਾ ਹੀ ਨਹੀਂ। ਦੋਹਰਾ ਬ੍ਰਹਮਚਰਜ ਕੀ ਜਗਤ ਮੈਂ ਹੈ, ਮਹਾਰਾਜ ਬ੍ਰਹਮਚਰਜ ਦੀ ਜੁਗਤ ਵਿੱਚ ਰਹਿੰਦੇ ਸਨ। ਰਹਾ ਵਿਸਾਲ ਕਿਰਪਾਲ, ਜ਼ਿਆਦਾਤਰ ਇਸੇ ਬਿਰਤੀ 'ਚ ਰਹਿੰਦੇ ਸਨ। ਬ੍ਰਹਮਚਾਰੀ ਜਿਵੇਂ ਸਾਧੂ ਮਹਾਤਮਾ ਰਹਿੰਦੇ ਹਨ। ਅਚ ਆਹਾਰ ਕਰ ਦੇਗ ਤੇ, ਲੰਗਰ 'ਚ ਬਹਿ ਕੇ ਭੋਜਨ ਛਕਦੇ ਸਨ ਸੰਗਤਾਂ ਦੇ ਵਿੱਚ। ਪ੍ਰਤਿਕ ਹੋਏ ਤਿਸ ਕਾਲ, ਲੰਗਰ ਛਕ ਕੇ ਫਿਰ ਵੱਖਰੇ ਹੋ ਜਾਂਦੇ ਸਨ। ਯਾਨੀ ਸਵੇਰੇ ਪਹਿਲਾਂ ਦੀਵਾਨ 'ਚ 2-2.5 ਘੰਟੇ 3 ਘੰਟੇ ਬੈਠਣਾ, 12 ਵਜੇ ਪ੍ਰਸ਼ਾਦਾ ਛਕਣਾ, ਉਸ ਤੋਂ ਬਾਅਦ ਫਿਰ ਇਕੱਲੇ ਇਕਾਂਤ ਵਿੱਚ ਬਹਿ ਜਾਣਾ, ਫਿਰ ਨਹੀਂ ਕਿਸੇ ਨੂੰ ਮਿਲਦੇ ਸਨ। ਹਾਂਜੀ, ਸਵਈਆ ਪਾਊਡਰ ਹੈ ਸ਼ਬ ਸੇਜ ਪੈ ਫੇਰ, ਫਿਰ ਕੁਝ ਸਮਾਂ ਆਪਣੇ ਆਸਣ ਤੇ ਆਰਾਮ ਕਰਦੇ ਸਨ, ਘੰਟਾ 2 ਘੰਟੇ। ਕਰੈ ਸੁਖ ਸੈਨ ਗੁਰੂ ਹਰਿ ਰਾਏ, ਗੁਰੂ ਹਰਿਰਾਏ ਸਾਹਿਬ ਜੀ ਸੁਖ ਨਾਲ ਆਰਾਮ ਕਰਦੇ ਦੁਪਹਿਰਾ।
ਫੇਰ ਢਰੇ ਦਿਨ ਉਠਤ ਹੈ ਫਿਰ ਕਬ। ਦਿਨ ਢਲੇ ਤੇ ਉੱਠਦੇ ਸਨ, 2-2:30 ਵਜੇ ਦੁਪਹਿਰ ਢਲੇ ਤੋਂ ਬਾਅਦ ਉੱਠਦੇ ਸਨ। ਆਯੁਧ ਲੇਤ ਸਮੀਪ ਮੰਗਾਏ। ਫਿਰ ਆਪਣੇ ਸਾਰੇ ਸ਼ਸਤਰ ਮੰਗਵਾਉਂਦੇ ਸਨ। ਕੰਚਨ ਮੂਠ ਤੇ ਪੈ ਸ਼ਮਸ਼ੇਰ। ਸੋਨੇ ਦੇ ਮੁੱਠਿਆਂ ਵਾਲੀਆਂ ਤਲਵਾਰਾਂ ਜਿਨ੍ਹਾਂ 'ਚ ਹੀਰੇ ਮੋਤੀ ਨਗ ਜੜੇ ਹੁੰਦੇ ਸਨ। ਗਰੇ ਪਹਿਰੈ ਸ਼ਮਸ਼ੇਰ ਸੁਹਾਏ। ਮਹਾਰਾਜ ਗਾਤਰੇ ਪਹਿਨ ਕੇ ਫੁਲਾਦੀ ਸ਼ਸਤਰ, ਢਾਲ ਤਲਵਾਰ, ਤੀਰ ਕਮਾਨ, ਹੀਰੇ ਸਮੂਹ ਚਰੇ ਮੁਕਤਾ। ਜਿਨ੍ਹਾਂ 'ਚ ਹੀਰੇ ਮੋਤੀ ਜੜੇ ਹੋਏ ਸਨ। ਪਰ ਤੀਰਨ ਸੰਗ ਨਿਖੰਗ ਔਰ ਲਗਾਏ। ਇਹੋ ਜਿਹੇ ਪੱਥੇ ਤੀਰਾਂ ਨਾਲ ਭਰ ਕੇ ਮੋਢੇ ਤੇ ਪਾ ਲੈਂਦੇ ਸਨ। ਹਾਥ ਸਰਾਸਨ ਤਾਰ ਕਠੋਰ। ਔਰ ਭਾਰੀ ਧਨੁਸ਼ ਵੀ ਆਪਣੇ ਮੋਢੇ ਤੇ ਸਜਾ ਲੈਂਦੇ ਸਨ। ਕਸੇ ਕਟ ਕੋ ਕਰ ਪਾ ਕਰ ਔਰ ਆਵੈ। ਕਮਰ ਕਸਾ ਕਰਕੇ ਤਿਆਰ ਬਰ ਤਿਆਰ ਸ਼ਸਤਰ ਸਜਾ ਕੇ ਚੰਚਲ ਅੰਗਤ ਰੰਗ ਅਰੂੜਤ। ਬੜਾ ਚੰਚਲ ਬੜਾ ਬਲੀ ਘੋੜਾ ਮੰਗਾਉਂਦੇ ਸਨ ਸਤਵੇਂ ਪਾਤਸ਼ਾਹ ਜੀ। ਜਾਤ ਸ਼ਿਕਾਰ ਬਸਾਲ ਉਕਦਾਵੈ। ਤੇ ਸ਼ਿਕਾਰ ਨੂੰ ਜਾਂਦੇ ਸਨ, ਸ਼ਿਕਾਰ ਖੇਡਣ ਵਾਸਤੇ ਘੋੜੇ ਕੁੱਦਦੇ ਜਾਂਦੇ ਸਨ ਫੌਜਾਂ ਦੇ। ਕਾਨਨ ਕੇ ਪਸ ਬ੍ਰਿੰਦ ਬਿਹੰਗਮ। ਬਹੁਤ ਸਾਰੇ ਜੰਗਲਾਂ ਦੇ ਜਾਨਵਰ, ਸੂਰ, ਹਿਰਨ, ਪਸ਼ੂ, ਪੰਛੀ। ਆਇਸ ਦੀਨ ਨਹੀਂ ਤਿਨ ਘਾਵੈ। ਫੌਜ ਨੂੰ ਆਗਿਆ ਦਿੱਤੀ ਕਿਸੇ ਨੂੰ ਮਾਰਨਾ ਨਹੀਂ। ਛੇਵੇਂ ਪਾਤਸ਼ਾਹ ਦੇ ਸਮੇਂ ਸ਼ਿਕਾਰ ਦੀ ਮਰਿਆਦਾ ਹੋਰ ਸੀ। ਸੱਤਵੇਂ ਪਾਤਸ਼ਾਹ ਦੇ ਮਨ ਦੀ ਕਰੁਣਾ ਦਇਆ ਨੇ ਉਸ ਮਰਿਆਦਾ ਨੂੰ ਇਹ ਰੂਪ ਦਿੱਤਾ ਜਿਹੜਾ ਪਹਿਲੇ ਨਾਲੋਂ ਵੀ ਕਠਿਨ ਸੀਗਾ। ਹਾਂਜੀ, ਤੇ ਕਰ ਖੇਦ ਹੈ ਗਨ ਜੀਵਤ। ਮਾਰਨਾ ਨਹੀਂ, ਜਿਉਂਦੇ ਫੜਨਾ ਹੈ। ਫੜਨਾ ਔਖਾ ਹੈ, ਜਾਨਵਰ ਨੂੰ ਮਾਰ ਦੇਣਾ ਤਾਂ ਸੌਖਾ ਹੈ, ਫੜ ਕੇ ਲਿਆਉਣਾ ਉਦੋਂ ਵੀ ਜ਼ਿਆਦਾ ਸਰੀਰ ਦੀ ਵਰਜਿਸ਼ ਹੁੰਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਫੜ ਕੇ ਲੈ ਆਓ, ਬਾਅਦ 'ਚ ਛੱਡ ਦਿਓ, ਤਾਂ ਕਿ ਸਰੀਰ ਦੀ ਜਿਹੜੀ ਕਸਰਤ ਹੈ ਨਾ, ਇਹ ਸ਼ਿਕਾਰ ਸਾਧ ਸੰਗਤ ਜੀ ਇਸ ਕਰਕੇ ਖੇਡਦੇ ਸੀ। ਕਈ ਲੋਕ ਸਮਝਦੇ ਵੀ ਮਹਾਰਾਜ ਮਾਸ ਖਾਣ ਵਾਸਤੇ ਸ਼ਿਕਾਰ ਖੇਡਦੇ ਸੀ, ਇਹ ਕਾਰਨ ਨਹੀਂ ਹੈ। ਮਹਾਰਾਜ ਸ਼ਿਕਾਰ ਇਸ ਕਰਕੇ ਖੇਡਦੇ ਸੀ ਵੀ ਜਦੋਂ ਅਸੀਂ ਜਾਵਾਂਗੇ ਘੋੜਿਆਂ ਤੇ ਦੌੜ ਭੱਜ ਕਰਾਂਗੇ, ਆਪਣੇ ਸਰੀਰ ਦੀ ਤੇ ਘੋੜਿਆਂ ਦੀ ਵਰਜਿਸ਼ ਪੂਰੀ ਹੋਵੇਗੀ। ਫਿਰ ਜਦੋਂ ਜਾਨਵਰ ਨੂੰ ਘੇਰ ਕੇ ਮਾਰਾਂਗੇ, ਤਲਵਾਰ ਚਲਾਵਾਂਗੇ, ਸ਼ਸਤਰ 'ਚ ਇੱਕ ਵਾਰ ਦੇ ਨਾਲ ਉਹਨੂੰ ਖਤਮ ਕਰਾਂਗੇ, ਵਾਰ ਕਰਨ ਦੀ ਜਿਹੜੀ ਪ੍ਰੈਕਟਿਸ ਹੈ ਉਹ ਪੂਰੀ ਹੋਵੇਗੀ। ਫਿਰ ਸਾਧ ਸੰਗਤ ਜੀ ਉਹਦਾ ਜਦ ਖੂਨ ਡੁੱਲੇਗਾ, ਉਹਨੂੰ ਵੇਖ ਕੇ ਦਿਲ ਘਬਰਾਏਗਾ ਨਹੀਂ। ਜੇ ਪਹਿਲੀ ਵਾਰੀ ਕੋਈ ਜੰਗ ਦੇ ਵਿੱਚ ਜਾਵੇ ਤੇ ਉਹਨੂੰ ਕੋਈ ਉੱਥੇ ਮਾੜੀ ਜਿਹੀ ਝਰੀਟ ਵੀ ਲੱਗ ਜਾਏ ਤੇ ਉਹ ਬੰਦਾ ਹਾਏ ਖੂਨ ਨਿਕਲ ਗਿਆ, ਉਹ ਘਬਰਾ ਜਾਂਦਾ। ਤੇ ਜੰਗ ਵਿੱਚ ਤਾਂ ਖੂਨ ਦੀਆਂ ਨਦੀਆਂ ਵਗਣੀਆਂ ਹੁੰਦੀਆਂ। ਇਸ ਕਰਕੇ ਸਤਿਗੁਰੂ ਜੀ ਸ਼ਿਕਾਰ ਖੇਡਦੇ। ਸ਼ਿਕਾਰ ਦੇ ਬਹਾਨੇ ਜਿਹੜੀਆਂ ਕਈ ਰੂਹਾਂ, ਕਈ ਆਤਮਾਵਾਂ ਜਨਮਾਂ ਜਨਮਾਂਤਰਾਂ ਤੋਂ ਭਟਕ ਰਹੀਆਂ ਹੁੰਦੀਆਂ, ਗੁਰੂ ਸਾਹਿਬ ਜੀ ਦੇ ਜਾਂ ਸਿੱਖਾਂ ਦੇ ਹੱਥੋਂ ਮੁਕਤੀ ਪਾ ਜਾਂਦੀਆਂ, ਜਾਂ ਅਗਲਾ ਜਨਮ ਗੁਰਸਿੱਖਾਂ ਦੇ ਘਰ ਹੋ ਜਾਂਦਾ ਜਾਂ ਮੁਕਤੀ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਮੁਕਤੀ ਦਿੰਦੇ ਸਨ। ਛੇਵੇਂ ਪਾਤਸ਼ਾਹ ਮਹਾਰਾਜ ਦੀ ਇਹ ਮਰਿਆਦਾ ਸੀ, ਪਰ ਸੱਤਵੇਂ ਪਾਤਸ਼ਾਹ ਜੀ ਨੇ ਹੁਣ ਇਹ ਮਰਿਆਦਾ ਕਰਤੀ ਵੀ ਜੀਵ ਨੂੰ ਮਾਰੋ ਨਾ, ਉਹਨੂੰ ਫੜ ਕੇ ਲੈ ਆਓ, ਤਾਂ ਕਿ ਤੁਹਾਡੀ ਜਿਹੜੀ ਪ੍ਰੈਕਟਿਸ ਹੈ, ਜਿਹੜੀ ਤੁਹਾਡੀ ਘੋੜੇ ਦੌੜ ਕੇ ਕਰਨੀ ਜਾਂ ਆਪਣੇ ਸਰੀਰ ਨੂੰ ਖੇਚਲ ਦੇਣੀ, ਉਹ ਪੂਰੀ ਹੋ ਜਾਏਗੀ। ਜਦੋਂ ਕਿਤੇ ਜੰਗ ਦਾ ਸਮਾਂ ਬਣੇਗਾ, ਤੁਹਾਡਾ ਸਰੀਰ ਕਾਮਯਾਬ ਹੋਵੇਗਾ। ਹਾਂਜੀ, ਲਿਆਵਤ ਪਾਲਨ ਕੋ ਕਰ ਲਾਵੈ। ਤੇ ਉਹਨਾਂ ਜਾਨਵਰਾਂ ਨੂੰ ਫੜ ਕੇ ਲਿਆਉਂਦੇ ਆ ਤੇ ਪਾਲਦੇ ਆ। ਉੱਥੇ ਚਿੜੀਆ ਘਰ ਵੀ ਬਣਾਇਆ ਬੜਾ ਵੱਡਾ, ਜਿਵੇਂ ਅੱਜ ਕੱਲ੍ਹ ਜੂ ਬਣੀਆਂ ਨਾ। ਮਹਾਰਾਜ ਨੇ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਇਹ ਬੜੀ ਵੱਡੀ ਜੂ ਬਣਾਈ, ਉਹਦੇ ਵਿੱਚ ਕਈ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਸਨ। ਹਾਂਜੀ, ਸੰਗ ਚੜੈ ਪਟ ਆਇਦ ਕੋ ਧਰ। ਕਹਿੰਦੇ ਸ਼ਸਤਰਧਾਰੀ ਸੂਰਮੇ ਨਾਲ ਜਾਂਦੇ ਰੋਜ਼ ਸ਼ਿਕਾਰ ਖੇਡਣ। ਬ੍ਰਿੰਦ ਚਮੂ ਮਹਾਰਾਜਤ ਹੈ। ਬਹੁਤ ਸਾਰੀ ਫੌਜ ਦੇ ਵਿੱਚ ਮਹਾਰਾਜ ਜਾਂਦੇ, ਆਪ ਸੋਭਾ ਪਾਉਂਦੇ ਹਨ। ਬੋਲਤ ਅਗਰਨ ਕੀਬ ਚਲੈ ਬੜ। ਅੱਗੇ ਭੱਟ ਨਕੀਬ ਬੋਲਦੇ ਜਾਂਦੇ ਹਨ। ਧੁਕਤ ਦਬ ਬਾਜਤ ਹੈ। ਨਗਾਰੇ ਵੱਜਦੇ ਜਾਂਦੇ ਨੇ ਅੱਗੇ ਅੱਗੇ। ਕਾਨਨ ਤੇ ਗਹਿ ਜੀਵਨ ਕੋ। ਜੰਗਲ ਵਿੱਚੋਂ ਜਾਨਵਰਾਂ ਨੂੰ ਜਿਉਂਦਿਆਂ ਫੜ ਕੇ ਗ੍ਰਹਿ ਲਿਆਇ ਤਨੈ ਸੁਖ ਸਾਜਤ ਹੈ। ਉਹਨਾਂ ਨੂੰ ਲਿਆ ਕੇ ਸਾਰੇ ਸੁੱਖ ਸੁਵਿਧਾ ਦਿੰਦੇ ਨੇ। ਫਿਰ 2-4 ਮਹੀਨੇ ਬਾਅਦ ਉਹਨਾਂ ਨੂੰ ਜੰਗਲ 'ਚ ਛੱਡ ਆਉਂਦੇ ਨੇ। ਬਾਗ ਬਿਲਾਓ ਸਸੇ ਮ੍ਰਿਗ ਰੋਜ। ਬੜੇ ਤਰ੍ਹਾਂ ਦੇ ਬਾਗ, ਬਿੱਲੇ, ਸਸੇ, ਰੋਜ਼, ਚੰਖਾਰ, ਜੰਗਲੀ ਜਾਨਵਰ ਗੁਰੂ ਸਾਹਿਬ ਲਿਆਉਂਦੇ ਨੇ ਫੜ ਕੇ। ਚੰਕਾਰਨ ਬ੍ਰਿੰਦ ਚ ਪਾਜਤ ਹੈ। ਬਹੁਤ ਸਾਰੇ ਚੰਖਾਰ, ਰੋਜ਼ ਵਗੈਰਾ ਫੜ ਕੇ ਲਿਆਉਂਦੇ ਨੇ, ਫਿਰ ਉਹਨਾਂ ਨੂੰ ਛੱਡ ਦਿੰਦੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਚੋਜ ਕਰਦੇ ਨੇ। ਔਰ ਨਾਮ ਬਾਣੀ ਸੇਵਾ ਸਿਮਰਨ ਦੀ ਮਰਿਆਦਾ ਵੀ ਕਾਇਮ ਰੱਖੀ, ਸ਼ਸਤਰਾਂ ਦੀ ਮਰਿਆਦਾ ਵੀ ਕਾਇਮ ਰੱਖੀ। ਜੰਗ ਨਹੀਂ ਲੜਿਆ, ਪਰ ਆਉਣ ਵਾਲੇ ਸਮੇਂ ਲਈ ਸਿੱਖਾਂ ਦੇ ਅੰਦਰ ਬੀਜ ਨਾਸ ਨਹੀਂ ਹੋਣ ਦਾ ਵੀਰਤਾ ਦਾ, ਵੀ ਜੇ 10ਵੇਂ ਜਾਮੇ 'ਚ ਲੋੜ ਪੈਣੀ ਹੈ ਤੇ ਉਸ ਵੇਲੇ ਫਿਰ ਇਹ ਨਾ ਹੋਵੇ ਸਾਰਾ ਕੁਝ ਨਵੇਂ ਸਿਰੋਂ ਕਰਨਾ ਪਵੇ। ਸਿੱਖ ਮਹਾਰਾਜ ਨੇ ਤਿਆਰ ਬਰ ਤਿਆਰ ਰੱਖੇ ਹਨ। ਸੋ ਖਾਲਸਾ ਜੀ, ਸਿੱਖ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਠੀਕ ਹੈ, ਹੁਣ ਜੰਗ ਦਾ ਸਮਾਂ ਨਹੀਂ,
ਪਰ ਜੰਗ ਦਾ ਸਮਾਂ ਬਣਦਿਆਂ ਕੀ ਪਤਾ ਕੀ ਲੱਗਣਾ, ਕਿਹੜੇ ਵੇਲੇ ਹੋ ਜਾਣਾ। ਇਸ ਕਰਕੇ ਸਤਿਗੁਰਾਂ ਦਾ ਬਚਨ ਹੈ, ਖਾਲਸਾ ਸੋਇ ਜੋ ਚੜ੍ਹੈ ਤੁਰੰਗ, ਖਾਲਸਾ ਸੋਇ ਜੋ ਕਰੈ ਨਿਤ ਜੰਗ, ਖਾਲਸਾ ਸੋਇ ਜੋ ਨਿਰਧਨ ਕੋ ਪਾਲੈ, ਖਾਲਸਾ ਸੋਇ ਜੋ ਦੁਸ਼ਟ ਕੋ ਗਾਲੈ। ਇਹ ਮਹਾਰਾਜ ਦੇ ਬਚਨ ਵੀ ਸਾਨੂੰ ਭੁੱਲਣੇ ਨਹੀਂ ਚਾਹੀਦੇ। ਅੱਜ ਕੱਲ੍ਹ ਇਹੋ ਜਿਹੇ ਬਚਨ ਨਾ ਕੋਈ ਪ੍ਰਚਾਰਕ ਕਰਦਾ ਤੇ ਨਾ ਕੋਈ ਸੁਣਦਾ, ਤੇ ਜੇ ਕੋਈ ਕਰੇ ਤੇ ਉਹਨੂੰ ਸਟੇਜ ਤੋਂ ਕਹਿ ਦਿੰਦੇ ਗਿਆਨੀ ਜੀ ਇਹ ਕਥਾ ਨਾ ਇੱਥੇ ਕਰਿਆ ਜੇ, ਕਿਉਂਕਿ ਇਹ ਜਿਹੜੀ ਵੀਰਤਾ ਦੀ ਕਥਾ ਹੈ ਇਹ ਲੋਕਾਂ ਨੂੰ ਹਜਮ ਨਹੀਂ ਹੁੰਦੀ। ਪਰ ਵੀਰਤਾ ਸਿੱਖੀ ਦਾ ਇੱਕ ਅਨਿੱਖੜਵਾਂ ਅੰਗ ਹੈ, ਇਸ ਤੋਂ ਬਿਨਾਂ ਆਪਾਂ ਅਧੂਰੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਵੀਰਤਾ ਨੂੰ ਸਾਂਭਿਆ। 17 ਸਾਲ ਗੁਰਤਾ ਗੱਦੀ ਤੇ ਰਹੇ, ਆਪ ਜੀ ਨੇ ਕੋਈ ਜੰਗ ਨਹੀਂ ਲੜਿਆ, ਪਰ ਜੰਗ ਵਰਗੀਆਂ ਪ੍ਰਸਥਿਤੀਆਂ ਵਿੱਚੋਂ ਆਪਣੇ ਸਿੱਖਾਂ ਨੂੰ ਕੱਢਿਆ, ਤਿਆਰ ਬਰ ਤਿਆਰ ਰੱਖਿਆ। 10ਵੇਂ ਜਾਮੇ 'ਚ ਤਾਂ ਹੀ ਫਿਰ ਸਿੱਖ 1.25 ਲੱਖ ਨਾਲ ਲੜਨ ਦੇ ਲਈ ਕਾਮਯਾਬ ਹੋ ਗਏ। ਇਹ ਬਚਨ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰਾਥੇ ਗਮ ਪੂਰਨ ਮੋਹਿ ਮਾਇਆ ਧਾਰ, ਅੰਧਕੂਪ ਮਹਾ ਨਾਨਕ ਪਾਵਤਾ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੂਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ।